सट डूंगी खा गए सजना, पता नहीं कसूर की होया, कुछ नहीं चंगा लगदा यारा, तू दूर क्यों होया। सत श्री अकाल जी, मैं सरबजीत सिंह टक ते तुसी देख रहे हो ਤੁਹਾਡਾ ਆਪਣਾ ਮਨਪਸੰਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਵਾਹ ਜੀ ਵਾਹ। ਦੋਸਤੋ, ਸਾਡੀ ਕੌਮ ਨੂੰ ਇੱਕ ਬਹੁਤ ਬੜਾ ਝਟਕਾ ਲੱਗਿਆ, ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਪ ਸਿੱਧੂ ਜੋ ਸਾਡੇ ਵਿੱਚ ਹੁਣ ਨਹੀਂ ਰਹੇ, ਜਿਨੇ ਕਿਸਾਨ ਅੰਦੋਲਨ 'ਚ ਭਰਪੂਰ ਸਾਥ ਦਿੱਤਾ ਸੀਗਾ, ਪਰ ਉਹ ਆਤਮਾ ਸਾਤੋਂ ਅੱਜ ਵਿਛੜ ਚੁੱਕੀ ਹੈ। ਬੜੀ ਦੁੱਖ ਦੀ ਗੱਲ ਹੈ। ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਔਰ ਲੇਕਿਨ ਉਹ ਜਿਸ ਤਰ੍ਹਾਂ ਵੀ ਸਾਨੂੰ ਛੱਡ ਕੇ ਗਏ, ਲੇਕਿਨ ਸਾਡੇ ਦਿਲਾਂ ਵਿੱਚ ਸਾਡੇ ਵਿੱਚ ਉਹ ਹਮੇਸ਼ਾ ਆਪਣੀ ਸੋਚ ਰਾਹੀਂ ਜਿੰਦਾ ਰਹਿਣਗੇ। ਇਹ ਤਾਂ ਗੱਲ ਸੀ ਦੀਪ ਸਿੱਧੂ ਦੀ। ਔਰ ਹੁਣ ਆਪਾਂ ਕਰਦੇ ਹਾਂ ਪ੍ਰੋਗਰਾਮ ਦੀ ਗੱਲ, ਔਰ ਤੁਹਾਨੂੰ ਸੁਣਾਉਣਾ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਹੈ ਗੁੱਸੇ ਦੀ ਦਵਾ। ਇੱਕ ਔਰਤ ਹੁੰਦੀ ਹੈ ਤੇ ਉਹਨੂੰ ਗੁੱਸਾ ਬਹੁਤ ਆਉਂਦਾ ਹੁੰਦਾ, ਤੇ ਜਦੋਂ ਉਹਨੂੰ ਗੁੱਸਾ ਆਉਂਦਾ ਤਾਂ ਘਰ ਦਾ ਜਿਹੜਾ ਮਾਹੌਲ ਹੈ ਬਹੁਤ ਵਿਗੜ ਜਾਂਦਾ, ਮਾਹੌਲ ਜਿਹੜਾ ਸੀਗਾ। ਔਰ ਇਸ ਗੱਲ ਤੋਂ ਉਹ ਵੀ ਬੜੇ ਪਰੇਸ਼ਾਨ ਸੀ ਕਿ ਮੈਨੂੰ ਗੁੱਸਾ ਆਉਂਦਾ, ਫਿਰ ਮੈਂ ਘਰ 'ਚ ਲੜਦੀ ਹਾਂ ਤੇ ਘਰ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਬਦਲ ਜਾਂਦਾ ਹੈ। ਇਸੀ ਕਸ਼ਮਕਸ਼ ਵਿੱਚ ਇੱਕ ਦਿਨ ਉਹਦੇ ਦਰਵਾਜ਼ੇ ਤੇ ਇੱਕ ਸਾਧੂ ਆਉਂਦਾ, ਔਰ ਉਹ ਸਾਧੂ ਨੂੰ ਕਹਿੰਦੀ ਹੈ, ਮਹਾਰਾਜ ਮੈਨੂੰ ਗੁੱਸਾ ਬਹੁਤ ਆਉਂਦਾ, ਮੈਨੂੰ ਕੋਈ ਸ਼ਾਂਤ ਰਹਿਣ ਦਾ ਉਪਾਅ ਦੱਸੋ। ਤੇ ਜਿਹੜੇ ਸਾਧੂ ਮਹਾਰਾਜ ਸੀ ਉਹਨਾਂ ਨੇ ਆਪਣੀ ਪੋਟਲੀ ਚੋਂ ਇੱਕ ਛੋਟੀ ਜਿਹੀ ਸ਼ੀਸ਼ੀ ਕੱਢੀ ਔਰ ਉਹਨੂੰ ਦੇ ਦਿੱਤੀ। ਕਹਿੰਦੇ ਬੱਚਾ ਵੀ ਆਹ ਜਦੋਂ ਤੈਨੂੰ ਗੁੱਸਾ ਆਵੇ ਨਾ, ਇਹਦੇ 2 ਬੂੰਦ ਆਪਣੇ ਮੂੰਹ 'ਚ ਪਾ ਲਈ ਔਰ 10 ਮਿੰਟ ਤੱਕ ਇਹਨੂੰ ਆਪਣੀ ਜੀਭ ਤੇ ਰੱਖੀ। ਤੂੰ ਕੁਛ ਨਹੀਂ ਬੋਲਣਾ, ਸਿਰਫ 10 ਮਿੰਟ ਇਹਨੂੰ ਆਪਣੀ ਜੀਭ ਤੇ ਰੱਖਣਾ, ਤਾਂ ਇਸ ਦਵਾਈ ਦਾ ਤੇਰੇ ਤੇ ਅਸਰ ਹੋਏਗਾ, ਤੈਨੂੰ ਗੁੱਸਾ ਨਹੀਂ ਆਏਗਾ। 15 ਦਿਨ ਬੀਤ ਗਏ, 20 ਦਿਨ ਬੀਤ ਗਏ। ਉਹ ਇਸ ਤਰ੍ਹਾਂ ਹੀ ਕਰਦੀ ਸੀ। ਜਦੋਂ ਉਹਨੂੰ ਗੁੱਸਾ ਆਉਂਦਾ ਸੀ, ਉਹ ਆਪਣੇ ਮੂੰਹ 'ਚੋਂ ਜਿਹੜਾ ਪਾਣੀ ਦੀਆਂ 2 ਬੂੰਦਾਂ ਸੀ ਉਹ ਰੱਖ ਲੈਂਦੀ ਸੀ ਉਸ ਦਵਾਈ ਦੀਆਂ, ਤੇ ਨਹੀਂ ਕੁਛ ਵੀ ਨਹੀਂ ਬੋਲਦੀ ਸੀ, ਤੇ ਉਹਦਾ ਜਿਹੜਾ ਗੁੱਸਾ ਸੀ ਬਿਲਕੁਲ ਸ਼ਾਂਤ ਹੋ ਗਿਆ। ਬੜੀ ਖੁਸ਼ ਹੋਈ ਉਹ। ਸਾਧੂ ਮਹਾਰਾਜ ਫਿਰ 20 ਦਿਨਾਂ ਬਾਅਦ ਉਹਦੇ ਦਰਬਾਰ ਤੇ ਆਏ ਤੇ ਉਹਦੇ ਦਰਵਾਜ਼ੇ ਤੇ ਆ ਕੇ ਕਹਿੰਦੀ ਮਹਾਰਾਜ ਵੀ ਮੇਰਾ ਤਾਂ ਗੁੱਸਾ ਬਿਲਕੁਲ ਸ਼ਾਂਤ ਹੋ ਗਿਆ, ਤੁਸੀਂ ਬਹੁਤ ਵਧੀਆ ਦਵਾਈ ਦਿੱਤੀ ਹੈ ਮੈਨੂੰ। ਉਹ ਕਹਿੰਦਾ ਬੇਟਾ ਮੈਂ ਦਵਾਈ ਕੁਛ ਨਹੀਂ ਦਿੱਤੀ ਸੀ ਤੈਨੂੰ ਸਿਰਫ ਇੱਕ ਪਾਣੀ ਦੀ ਬੋਤਲ ਦਿੱਤੀ ਸੀ ਛੋਟੀ ਜਿਹੀ। ਔਰ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਮਹਾਰਾਜ ਨੇ ਉਹਨੂੰ ਪਾਣੀ ਦੀ ਬੋਤਲ ਦਿੱਤੀ ਸੀ ਔਰ ਕਿਹਾ ਸੀ ਇਹ 2 ਬੂੰਦਾਂ ਆਪਣੇ ਮੂੰਹ ਤੇ ਪਾਈ ਔਰ ਚੁੱਪ ਰਹੀ। ਸੋ ਕਹਾਣੀ ਇਹ ਦੱਸਦੀ ਹੈ ਕਿ ਜੇ ਸਾਨੂੰ ਗੁੱਸਾ ਆਵੇ ਨਾ ਤੇ ਸਾਨੂੰ ਮੌਨ ਹੋ ਜਾਣਾ ਚਾਹੀਦਾ ਹੈ, ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ, ਕਿਉਂਕਿ ਗੁੱਸੇ ਵਿੱਚ ਆਦਮੀ ਬਹੁਤ ਕੁਝ ਬੋਲ ਜਾਂਦਾ ਹੈ। ਔਰ ਫਿਰ ਕਹਿੰਦੇ ਨਾ ਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਤੋਂ ਜਿਹੜੀ ਨਿਕਲੀ ਗੱਲ ਕਦੀ ਵਾਪਸ ਨਹੀਂ ਆਉਂਦੀ। ਸੋ ਇਹੀ ਗੱਲ ਹੋ ਜਾਂਦੀ ਹੈ, ਫਿਰ ਗੁੱਸੇ 'ਚ ਕੀ ਬੋਲਦਾ ਆਪਾਂ ਨੂੰ ਪਤਾ ਨਹੀਂ ਲੱਗਦਾ। ਤਾਂ ਸਭ ਤੋਂ ਵਧੀਆ ਤਰੀਕੇ 'ਚ ਤੁਹਾਨੂੰ ਗੁੱਸਾ ਆਉਂਦਾ ਹੈ, ਆਪਾਂ ਆਪਣੇ ਆਪ ਨੂੰ ਸ਼ਾਂਤ ਰੱਖੀਏ ਤਾਂ ਕਿ ਜਿਹੜਾ ਸਾਡਾ ਪਰਿਵਾਰਿਕ ਮਾਹੌਲ ਹੈ ਜਾਂ ਸਾਡੇ ਆਸ-ਪਾਸ ਦਾ ਜੋ ਮਾਹੌਲ ਹੈ ਉਹ ਵਧੀਆ ਬਣਿਆ। ਦੋਸਤੋ, ਇਹ ਤਾਂ ਸੀ ਇੱਕ ਛੋਟੀ ਜਿਹੀ ਕਹਾਣੀ ਕਿ ਆਪਾਂ ਆਪਣੇ ਗੁੱਸੇ ਤੇ ਕਾਬੂ ਪਾ ਕੇ ਆਪਣੇ ਆਪ ਨੂੰ ਕਿੱਦਾਂ ਸ਼ਾਂਤ ਰੱਖ ਸਕਦੇ ਹਾਂ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਮਹਿਮਾਨ ਦੀ। ਅੱਜ ਦਾ ਮਹਿਮਾਨ ਸਾਡਾ ਇਟਲੀ ਤੋਂ ਜੁੜਿਆ ਹੈ। ਵੈਸੇ ਮੈਂ ਵੀ ਤੁਹਾਨੂੰ ਦੱਸ ਦਵਾਂ, ਅੱਜ ਮੈਂ ਵੀ ਇਟਲੀ ਵਿੱਚ ਹੀ ਹਾਂ, ਸੋ ਮੈਂ ਇਟਲੀ ਤੋਂ ਤੁਹਾਡੇ ਰੂਬਰੂ ਹੋ ਰਿਹਾ ਹਾਂ। ਸੋ ਅਸੀਂ ਦੋਨੋਂ ਹੀ ਅੱਜ ਇਟਲੀ ਵਿੱਚ ਸ਼ੋਅ ਕਰ ਰਹੇ ਹਾਂ। ਇਟਲੀ ਤੋਂ ਤੁਹਾਡੇ ਰੂਬਰੂ ਹੋਏ ਹਾਂ, ਹਾਲਾਂਕਿ ਸ਼ੋਅ ਲਾਈਵ ਹੈ, ਲੇਕਿਨ ਤੁਹਾਡੇ ਨਾਲ ਅਸੀਂ ਇਟਲੀ ਤੋਂ ਰੂਬਰੂ ਹੋ ਰਹੇ ਹਾਂ। ਇਹਨੂੰ ਤੁਸੀਂ ਕਈ ਵਾਰੀ ਇਸ ਸ਼ਾਇਰ ਨੂੰ ਮੇਰੇ ਸ਼ੋਅ 'ਚ ਸੁਣਿਆ ਵੀ ਹੈ। ਇਟਲੀ ਤੋਂ ਇਹ ਕਾਲ ਕਰਦੇ ਨੇ ਹਮੇਸ਼ਾ, ਬਹੁਤ ਵਧੀਆ ਲਿਖਦੇ ਨੇ ਔਰ ਪਿਛਲੇ ਹਫਤੇ ਤਰਨਮ 'ਚ ਗਾ ਕੇ ਵੀ ਗਏ ਸੀਗੇ, ਸ਼ਾਇਦ ਤੁਹਾਨੂੰ ਯਾਦ ਹੋਵੇ ਜੇ ਤੁਸੀਂ ਪਿਛਲਾ ਸ਼ੋਅ ਦੇਖਿਆ ਸੀਗਾ। ਬਹੁਤ ਵਧੀਆ ਸ਼ਾਇਰ ਨੇ, ਹਰ ਇੱਕ ਮੁੱਦੇ ਤੇ ਹਰ ਇੱਕ ਵਿਸ਼ੇ ਤੇ ਇਹ ਗੱਲ ਲਿਖਦੇ ਨੇ ਔਰ ਕਰਦੇ ਨੇ। ਬਹੁਤ ਨੌਜਵਾਨ ਸ਼ਾਇਰ ਨੇ ਔਰ ਸਾਨੂੰ ਐਸੇ ਨੌਜਵਾਨ ਸ਼ਾਇਰਾਂ ਦੀ ਲੋੜ ਵੀ ਹੈ ਜੋ ਕੌਮ ਲਈ ਜਾਂ ਸਮਾਜ ਲਈ ਕੁਝ ਲਿਖਦੇ ਨੇ ਔਰ ਜੋ ਵਧੀਆ ਲਿਖਦੇ ਨੇ। ਔਰ ਜਿਸ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਦੀ ਰੀਤ ਹੈ ਕਿ ਅਸੀਂ ਹਮੇਸ਼ਾ ਨਵੇਂ ਸ਼ਾਇਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਸੇ ਲੜੀ ਵਿੱਚ ਇੱਕ ਵਾਰ ਫਿਰ ਤੁਹਾਡੇ ਰੂਬਰੂ ਕਰ ਰਿਹਾ ਉਸ ਸ਼ਾਇਰ ਨੂੰ ਜਿਸ ਸ਼ਾਇਰ ਦਾ ਨਾਮ ਹੈ ਰੁਪਿੰਦਰ ਹੁੰਡਲ। ਰੁਪਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਹ ਜੀ ਵਾਹ ਵਿੱਚ। ਅੱਜ ਬੜੀ ਖੁਸ਼ਨਸੀਬੀ ਹੈ ਕਿ ਆਪਾਂ ਦੋਨੋਂ ਇਟਲੀ ਵਿੱਚ ਹੀ ਮੌਜੂਦ ਹੈ। ਸੋ ਇਸ ਤੋਂ ਪਹਿਲਾਂ ਤੁਸੀਂ ਆਪਾਂ ਤੁਹਾਡੇ ਨਾਲ ਗੱਲ ਕਰੀਏ, ਸਾਡੇ ਜਿਹੜੇ KTV ਦੇ ਦਰਸ਼ਕ ਹੈ ਉਹਨਾਂ ਨਾਲ ਆਪਣੀ ਸਾਂਝ ਪਾ ਲਓ। ਸਤਿ ਸ਼੍ਰੀ ਅਕਾਲ ਜੀ ਸਰਬਜੀਤ ਵੀਰ ਜੀ, ਤੁਹਾਡਾ ਸਭ ਤੋਂ ਪਹਿਲਾਂ ਮੈਂ KTV ਦੀ ਪੂਰੀ ਟੀਮ ਤੇ ਆਪ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਦੂਜੀ ਵਾਰੀ ਜਿਹੜਾ ਹੈਗਾ ਉਹਨਾਂ ਦੇ ਰੂਬਰੂ ਹੋਣ ਦਾ ਜਿਹੜਾ ਹੈਗਾ ਭਾਗ ਬਖਸ਼ਿਆ ਹੈ। ਵਾਹ ਜੀ ਵਾਹ ਪ੍ਰੋਗਰਾਮ ਦੇ ਬਾਰੇ ਮੈਂ ਜਿਹੜੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲ। ਵਾਹ ਜੀ ਵਾਹ ਪ੍ਰੋਗਰਾਮ ਦੇ ਮੇਰੇ ਵੀਰ ਜੀ ਬਹੁਤ ਸਾਰੇ ਐਸੇ ਜਿਹੜੇ ਹੈਗੇ ਲੇਖਕ ਨੇ ਜਾਂ ਉਹ ਲੋਕ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਬਹੁਤ ਸਾਰੇ ਵਧੀਆ ਕਾਰਜ ਕੀਤੇ ਹਨ,
ਉਹਨਾਂ ਲਈ ਇੱਕ ਬਹੁਤ ਵਧੀਆ ਜਿਹੜਾ ਪਲੇਟਫਾਰਮ ਜਿਹੜਾ ਮੁਹੱਈਆ ਕਰਾਇਆ ਹੈ। ਇਸ ਲਈ ਸਰਬਜੀਤ ਵੀਰ ਜੀ, ਮੈਂ ਤੁਹਾਨੂੰ ਜਿਹੜਾ ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਇਸ ਪ੍ਰੋਗਰਾਮ ਨੂੰ ਅੱਗੇ ਲਿਜਾਣ ਦੇ ਲਈ ਵਧਾਈ ਦੇ ਪਾਤਰ ਹੋ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਰੁਪਿੰਦਰ ਹੁੰਡਲ ਜੀ, ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਸਾਡੇ ਇਸ ਪ੍ਰੋਗਰਾਮ ਦੀ ਤਾਰੀਫ ਵੀ ਕੀਤੀ ਹੈ, ਔਰ ਕਿਉਂਕਿ ਤੁਸੀਂ ਇਸ ਕਾਬਿਲ ਵੀ ਹੋ ਔਰ ਬਹੁਤ ਵਧੀਆ ਸ਼ਾਇਰ ਵੀ ਹੋ, ਲਿਖਦੇ ਵੀ ਹੋ। ਪਰ ਇੱਕ ਵਾਰੀ ਫੇਰ ਮੈਂ ਚਾਹਾਂਗਾ ਕਿ ਹਾਲਾਂਕਿ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖਿਆ ਹੈ, ਪਹਿਲਾਂ ਸਾਡੇ ਸਰੋਤਿਆਂ ਨੇ ਦੇਖਿਆ ਹੈ, ਪਰ ਕਈ ਸਾਡੇ ਨਵੇਂ ਸਰੋਤੇ ਵੀ ਸਾਡੇ ਨਾਲ ਹੁਣ ਜੁੜੇ ਨੇ। ਇੱਕ ਵਾਰੀ ਤੁਸੀਂ ਆਪਣੇ ਪਿਛੋਕੜ ਬਾਰੇ ਦੱਸ ਦਿਓ। ਹਾਂਜੀ ਵੀਰ ਜੀ, ਮੇਰਾ ਪਿਛੋਕੜ ਹੈ ਪਿੰਡ ਰੌਲੀ ਨੂੰ ਮੈਂ ਬਿਲੋਂਗ ਕਰਦਾ ਹਾਂ, ਜਿਹੜਾ ਮਹਿਤਪੁਰ ਦੇ ਨੇੜੇ ਹੈ, ਜਿਹਦਾ ਤਹਿਸੀਲ ਨਕੋਦਰ ਚ, ਜ਼ਿਲ੍ਹਾ ਜਲੰਧਰ ਦੇ ਵਿੱਚ ਹੈਗਾ ਪਿੰਡ ਹੈਗਾ ਜੀ। ਮੇਰਾ ਜਿਹੜਾ ਜਨਮ ਹੈ ਪਿੰਡ ਰੌਲੀ ਦੇ ਵਿੱਚ ਹੋਇਆ, ਤੇ ਜਿਹੜੀ ਮੈਂ ਮੁੱਢਲੀ ਜਿਹੜੀ ਮੇਰੀ ਸਿੱਖਿਆ ਵਾ ਉਹ ਵੀ ਮੈਂ ਨੇੜੇ ਜਿਹੜਾ ਮਹਿਤਪੁਰ ਆ ਉੱਥੋਂ ਪੂਰੀ ਕੀਤੀ, ਤੇ ਜਿਹੜੀ ਮੈਂ ਆਪਣੀ ਗ੍ਰੈਜੂਏਸ਼ਨ ਹੈ ਉਹ ਨਕੋਦਰ DAV ਕਾਲਜ ਤੋਂ ਜਿਹੜੀ ਕੰਪਲੀਟ ਕੀਤੀ ਜੀ। ਰੁਪਿੰਦਰ ਹੁੰਡਲ, ਇੱਕ ਐਸਾ ਨਾਂ ਜੋ ਸ਼ਾਇਰੀ ਵਿੱਚ ਬਹੁਤ ਮੰਨਿਆ ਜਾਂਦਾ, ਔਰ ਇਟਲੀ ਵਿੱਚ ਕਾਫੀ ਤੁਹਾਡੇ ਨਾਂ ਦੀ ਚਰਚਾ ਵੀ ਹੁੰਦੀ ਹੈ ਕਿ ਬਹੁਤ ਵਧੀਆ ਸ਼ਾਇਰ ਹੋ। ਤੁਸੀਂ ਕਈ ਸੰਸਥਾਵਾਂ 'ਚ ਹਿੱਸੇਦਾਰ ਵੀ ਹੋ, ਔਰ ਜੇ ਆਪਾਂ ਗੱਲ ਕਰੀਏ ਜਿਹੜੇ ਇੱਥੇ ਆਪਣੇ ਸੁਸਾਇਟੀ ਆ ਉਹਨਾਂ ਵਿੱਚ ਵੀ ਤੁਸੀਂ ਭਾਗ ਲੈਂਦੇ ਹੋ, ਮੁਸ਼ਾਇਰਿਆਂ 'ਚ ਭਾਗ ਲੈਂਦੇ ਹੋ। ਬੜੀ ਵਧੀਆ ਗੱਲ ਹੈ ਕਿ ਨੌਜਵਾਨ ਸ਼ਾਇਰ ਹੋਣ ਕੇ ਵੀ ਤੁਸੀਂ ਇੰਨਾ ਵਧੀਆ ਵਧੀਆ ਜੋ ਮੁਸ਼ਾਇਰਾ ਜਾਂ ਸ਼ਾਇਰੀ ਕਰਦੇ ਹੋ, ਇਸ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਰੁਪਿੰਦਰ ਹੁੰਡਲ ਜੀ, ਉਹਨੂੰ ਪਤਾ ਹੈ ਕਿ ਹੁਣੀ ਇੱਕ ਹਾਦਸਾ ਹੋਇਆ ਸਾਡੀ ਕੌਮ ਨਾਲ, ਜੋ ਦੀਪ ਸਿੱਧੂ ਸੀਗਾ ਉਹ ਸਾਨੂੰ ਛੱਡ ਕੇ ਚਲਾ ਗਿਆ, ਜਿਸਨੇ ਕਿਸਾਨ ਅੰਦੋਲਨ ਵਿੱਚ ਜਾਨ ਪਾ ਕੇ ਰੱਖੀ ਹੋਈ ਸੀ। ਜੇ ਆਪਾਂ ਗੱਲ ਕਰ ਲਈਏ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ ਜੀ, ਬੜੀ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈ। ਅੱਜ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਸੀਗੀਆਂ ਪੰਜਾਬ ਦੇ ਵਿੱਚ, ਕਿਸੇ ਉਸ ਬੰਦੇ ਨੇ ਅੱਜ ਇਲੈਕਸ਼ਨ ਦੇ ਵਿੱਚ ਭਰਪੂਰ ਆਪਣਾ ਜਿਹੜਾ ਹੈਗਾ ਨਾ ਉਹਨੇ ਯੋਗਦਾਨ ਪਾਉਣਾ ਸੀਗਾ, ਜਿੱਤ ਕੇ ਆਉਂਦਾ ਤਾਂ ਸਾਡੇ ਸਮਾਜ ਲਈ ਬਹੁਤ ਵਧੀਆ ਉਹਦੇ ਤੋਂ ਉਮੀਦਾਂ ਸੀਗੀਆਂ ਕਿ ਉਹਨੇ ਅਜੇ ਬਹੁਤ ਕੁਝ ਕਰਨਾ ਸੀਗਾ, ਪਰ ਉਹ ਜਿਹੜਾ ਕਹਿ ਲਓ ਕਿ ਪਰਮਾਤਮਾ ਨੇ ਸਾਡੇ ਕੋਲ ਇੱਕ ਬਹੁਤ ਜਿਹੜਾ ਅਨਮੁੱਲਾ ਹੀਰਾ ਜਿਹੜਾ ਉਹ ਖੋਲਿਆ। ਮੈਂ ਇੱਕ ਦੋ ਦਿਨ ਪਹਿਲਾਂ ਜਦੋਂ ਇਹ ਖਬਰ ਸੁਣੀ ਜਿਹੜੀ ਵਾਇਰਲ ਹੋਈ ਸੀਗੀ, ਜਾਂ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਟਰੈਵਲ ਕਰ ਰਹੀ ਹੈ ਇਹਨਾਂ ਦਿਨਾਂ 'ਚ, ਤੇ ਮੈਂ ਵੀ ਇੱਕ ਛੋਟੀ ਜਿਹੀ ਜਿਹੜੀਆਂ ਨਾ ਉਹਦੇ ਲਈ 4 ਸਤਰਾਂ ਲਿਖੀਆਂ ਸੀਗੀਆਂ, ਜਿਹੜੀਆਂ ਮੈਂ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਰਸ਼ਾਦ ਜੀ, ਆ ਜਾਓ। ਮੈਂ ਲਿਖਿਆ ਸੀਗਾ, ਦੀਪ ਸਿੱਧੂ ਸੱਚਾ ਸੀ ਇਹ ਸਭ ਜਾਣਦੇ, ਦੀਪ ਸਿੱਧੂ ਸੱਚਾ ਸੀ ਇਹ ਸਭ ਜਾਣਦੇ, ਸਾਡਿਆਂ ਹੱਕਾਂ ਲਈ ਉਹ ਵੀ ਖੂਬ ਲੜਿਆ, ਕਿੰਨੇ ਬੰਦੇ ਦੋਗਲੇ ਮੈਦਾਨ ਛੱਡ ਗਏ, ਉਸ ਨੇ ਨਹੀਂ ਛੱਡਿਆ ਜੋ ਰਾਹ ਫੜਿਆ, ਯੋਧਾ ਸੀ ਉਹ ਸੱਚੀ ਗੱਲ ਰਿਹਾ ਆਖਦਾ, ਉਸ ਦਾ ਨਹੀਂ ਕਦੇ ਵੀ ਜ਼ਮੀਰ ਮਰਿਆ, ਇੱਕ ਗੱਲ ਚੇਤੇ ਰੱਖੀ ਰੌਲੀ ਵਾਲਿਆ, ਉਹ ਜਿਉਂਦਾ ਰਹੂ ਉਸ ਦਾ ਸਰੀਰ ਮਰਿਆ, ਉਹ ਜਿਉਂਦਾ ਰਹੂ ਉਸ ਦਾ ਸਰੀਰ ਮਰਿਆ। ਸੋ ਜਿਹੜੀਆਂ ਗੱਲਾਂ ਦੀਪ ਸਿੱਧੂ ਕਹਿ ਕੇ ਗਿਆ ਪਹਿਲਾਂ, ਜਿੱਦਾਂ ਉਹਨੂੰ ਸ਼ਾਇਦ ਪਤਾ ਸੀਗਾ ਕਿ ਜਿੱਦਾਂ ਕਹਿੰਦੇ ਨਹੀਂ ਕਿਸੇ ਵਾਰੀ ਕੋਈ ਚੀਜ਼ ਜਿਹੜੀ ਆ ਦਿਮਾਗ 'ਚ ਪਹਿਲਾਂ ਆ ਜਾਂਦੀ ਆ, ਉਹਦੀਆਂ ਜਿਹੜੀਆਂ ਆਪਾਂ ਹੁਣ ਜਿਹੜੀਆਂ ਵੀਡੀਓ ਦੇਖ ਰਹੇ ਹਾਂ ਉਹਦੇ ਵਿੱਚ ਉਹਨੇ ਜ਼ਿਕਰ ਵੀ ਕੀਤਾ ਕਿ ਸ਼ਾਇਦ ਮੇਰੇ ਨਾਲ ਕੁਛ ਇਸ ਤਰ੍ਹਾਂ ਦਾ ਜਿਹੜਾ ਭਾਣਾ ਵਰਤ ਸਕਦਾ, ਪਰ ਉਹਦੀਆਂ ਜਿਹੜੀਆਂ ਇਨਕਲਾਬੀ ਜਿਹੜੇ ਵਿਚਾਰ ਸੀਗੇ ਨਾ, ਉਹ ਸਾਡੇ ਵਿੱਚ ਹਮੇਸ਼ਾ ਜਿਹੜੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹਾਂਗੇ, ਔਰ ਉਹ ਜਿਹੜਾ ਸਮਾਜ ਨੂੰ ਇੱਕ ਸੇਧ ਦੇ ਕੇ ਗਿਆ, ਉਹਦੇ ਲਈ ਉਹ ਹਮੇਸ਼ਾ ਜਿਹੜਾ ਸਾਡੇ ਦਿਲਾਂ ਦੇ ਵਿੱਚ ਘਰ ਕਰਕੇ ਰਹੇਗਾ ਜੀ। ਵਾਕਈ ਇਹ ਗੱਲ ਸੱਚੀ ਹੈ, ਔਰ ਇਹ ਘਾਟਾ ਨਾ ਪੂਰਾ ਹੋਣ ਵਾਲਾ ਹੈ ਸਾਡੀ ਪੰਜਾਬੀ ਕੌਮ ਲਈ ਕਿ ਐਸਾ ਵਧੀਆ ਇੱਕ ਇਨਸਾਨ ਸਾਡੇ ਵਿੱਚੋਂ ਚਲਾ ਵੀ ਗਿਆ, ਲੇਕਿਨ ਕੌਮ 'ਚ ਇੱਕ ਜਾਨ ਪਾ ਗਿਆ, ਇਹ ਵੀ ਸੱਚਾਈ ਹੈ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਸਾਡੀ ਰੂਹਾਂ ਵਿੱਚ, ਸਾਡੇ ਵਿੱਚ ਹਮੇਸ਼ਾ ਵੱਸਦਾ ਰਹੇਗਾ, ਚਾਹੇ ਉਹ ਸਰੀਰ ਰੂਪ 'ਚ ਨਹੀਂ ਹੈ, ਪਰ ਸਾਡੇ ਵਿੱਚ ਹਮੇਸ਼ਾ ਉਹ ਵੱਸਦਾ ਰਹੇਗਾ। ਔਰ ਹਰ ਇੱਕ ਸ਼ਾਇਰ ਨੇ ਕੁਛ ਨਾ ਕੁਛ ਉਹਨਾਂ ਨੇ ਲਿਖਿਆ ਵੀ, ਔਰ ਬਹੁਤ ਵਧੀਆ ਲਿਖਿਆ ਹੈ, ਕਿਉਂਕਿ ਕਹਿੰਦੇ ਨਾ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਹੀ ਉਹਨੂੰ ਯਾਦ ਕੀਤਾ ਜਾਂਦਾ ਹੈ, ਔਰ ਹਰ ਦੁਨੀਆ ਉਹਦੇ ਬਾਰੇ ਕੁਛ ਨਾ ਕੁਛ ਚੰਗਾ ਸੋਚ ਰਹੀ ਹੈ, ਚੰਗਾ ਗੱਲ ਕਰ ਰਹੀ ਹੈ। ਬਿਲਕੁਲ, ਔਰ ਖਾਸ ਕਰਕੇ ਜਿਹੜੇ ਉਹ ਜਿਗਰੇ ਦੇ ਨਾਲ ਗੱਲ ਕਰਦਾ ਰਿਹਾ ਨਾ, ਉਹਦਾ ਜਿਹੜਾ ਜਿਗਰਾ ਬੜਾ ਸਲਾਹੁਣਯੋਗ ਆ। ਮੈਂ ਦੋ ਜਿਹੜਾ ਫਿਰ ਦੀਪ ਸਿੱਧੂ ਜਿਹੜੀਆਂ ਮੈਂ ਨਾ ਜਿਹੜੀਆਂ ਸਮਰਪਿਤ ਕਰੂੰਗਾ, ਇਹ ਜਿਹੜੀਆਂ 4 ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ। ਮੈਂ ਲਿਖਿਆ ਹੈ ਕਿ ਜੋ ਸੱਚ ਲਿਖਣ ਤੋਂ ਮੁਨਕਰ ਹੈ, ਜੋ ਸੱਚ ਕਹਿਣ ਦਾ ਆਦੀ ਨਹੀਂ, ਜੋ ਸੱਚ ਲਿਖਣ ਤੋਂ ਮੁਨਕਰ ਹੈ, ਜੋ ਸੱਚ ਕਹਿਣ ਦਾ ਆਦੀ ਨਹੀਂ, ਉਹ ਕਵੀ ਨਹੀਂ, ਉਹ ਲੇਖਕ ਨਹੀਂ, ਉਹ ਹੁੰਦੜਾ ਹੋਣਾ ਬਾਗੀ ਨਹੀਂ, ਕੁਝ ਵਿਕ ਜਾਂਦੇ ਕੁਝ ਝੁਕ ਜਾਂਦੇ, ਕਸਮ ਜ਼ਮੀਰ ਦੀ ਖਾਧੀ ਨਹੀਂ, ਕੁਝ ਵਿਕ ਜਾਂਦੇ ਕੁਝ ਝੁਕ ਜਾਂਦੇ, ਜਿਨ੍ਹਾਂ ਕਸਮ ਜ਼ਮੀਰ ਦੀ ਖਾਧੀ ਨਹੀਂ, ਹੋਵੇ ਜੰਮਿਆ ਵਿੱਚ ਪੰਜਾਬ ਦੇ ਉਹ, ਪਰ ਹੱਕਾਂ ਲਈ ਲੜਿਆ ਨਾ ਹੋਵੇ, ਮੈਂ ਉਸ ਨੂੰ ਰੌਲੀ ਵਾਲਿਆ ਵੇ, ਮੈਂ ਮੰਨਦਾ ਕਦੇ ਪੰਜਾਬੀ ਨਹੀਂ, ਮੈਂ ਮੰਨਦਾ ਕਦੇ ਪੰਜਾਬੀ ਨਹੀਂ ਜੀ।
क्या बात ਇਹ है, ਜਿਹੜੀਆਂ वाकई ਸਤਰਾਂ वाकई। ਉਹ ਦੀਪ ਸਿੱਧੂ ਦੇ ਉੱਤੇ ਬਹੁਤ ਪੂਰੀ ਤਰ੍ਹਾਂ ਜਿਹੜੀਆਂ ਫਿੱਟ ਬੈਠਦੀਆਂ। ਉਹ ਪੰਜਾਬੀ ਹੋਣ ਦਾ ਜਿਹੜਾ ਆਪਣਾ ਜਿਹੜਾ ਵਾ ਮਾਣ ਵਧਾ ਕੇ ਗਿਆ ਪੰਜਾਬੀ ਕੌਮ ਦਾ, ਔਰ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਏ। जी वाकई ये गल सच्ची है, उन्होंने हमेशा याद रखा जाएगा। रुपिंदर भाजी, ਤੁਹਾਨੂੰ ਪਤਾ ਹੈ ਕਿ ਹੁਣੇ ਰਵਿਦਾਸ ਮਹਾਰਾਜ ਦਾ ਵੀ ਜਨਮ ਦਿਹਾੜਾ ਲੰਘ ਕੇ ਗਿਆ, ਸੋ ਪੂਰੇ ਸਾਡੇ KTV ਦੇ ਔਰ ਪੂਰੇ ਪੰਜਾਬੀਅਤ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਵਧਾਈਆਂ ਦੇਣੀਆਂ ਸਾਨੂੰ ਬਣਦੀਆਂ ਵੀ ਹੈ। ਹਾਲਾਂਕਿ ਆਪਾਂ ਲੇਟ ਹੋ ਗਏ ਇਸ ਗੱਲ ਕਰਨ ਨੂੰ, ਲੇਕਿਨ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆਪਣੇ ਸਾਰੇ ਦਰਸ਼ਕਾਂ ਕੋਲ, ਕਿਉਂਕਿ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਗਿਆ, ਅਸੀਂ ਉਹਨਾਂ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਰੁਪਿੰਦਰ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ 4 ਸਤਰਾਂ ਜਾਂ ਲਾਈਨਾਂ ਜਾਂ ਕਵਿਤਾਵਾਂ ਆਪਾਂ ਕਹਿ ਲਈਏ ਲਿਖੀਆਂ ਸੀਗੀਆਂ ਰਵਿਦਾਸ ਮਹਾਰਾਜ ਜੀ ਦੇ ਉੱਪਰ ਵੀ, ਔਰ ਤੁਸੀਂ ਆਪਣੀ ਪੋਸਟ ਤੇ ਪਾਉਂਦੇ ਵੀ ਰਹਿੰਦੇ ਹੋ ਇਸ ਚੀਜ਼ਾਂ ਨੂੰ। ਮੈਂ ਚਾਹਾਂਗਾ ਕਿ ਤੁਸੀਂ ਉਸ ਤਰ੍ਹਾਂ ਜ਼ਰੂਰ ਸਾਡੇ ਜਿਹੜੇ KTV ਦੇ ਦਰਸ਼ਕ ਉਹਨਾਂ ਨਾਲ ਸਾਂਝੀਆਂ ਕਰੋ। ਬਿਲਕੁਲ ਜੀ, ਮੈਂ ਧੰਨਵਾਦ ਵੀ ਸਮਝਾਂਗਾ, ਆਪਣੇ ਨੂੰ ਵੱਡੇ ਭਾਗ ਸਮਝਾਂਗਾ ਕਿ ਇੰਨੇ ਵੱਡੇ ਜਿਹੜੇ ਰਹਿਬਰ ਨੇ ਜਿਨ੍ਹਾਂ ਨੇ ਸਾਨੂੰ ਸਾਡੇ ਸਮਾਜ ਨੂੰ ਸੇਧ ਦਿੱਤੀ ਹੈ, ਔਰ ਮੈਂ ਉਹਨਾਂ ਦੇ ਉੱਤੇ ਕੁਝ ਸਤਰਾਂ ਲਿਖੀਆਂ, ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੀਆਂ। ਸੋ ਸਭ ਤੋਂ ਪਹਿਲਾਂ ਜਿਹੜਾ ਗੁਰੂ ਰਵਿਦਾਸ ਜੀ ਦਾ ਜਿਹੜਾ ਹੈਗਾ ਨਾ ਸ਼ਬਦ ਆ, ਉਹਦੇ ਨਾਲ ਮੈਂ ਸ਼ੁਰੂ ਕਰਾਂਗਾ। ਉਹਨਾਂ ਨੇ ਜਿਹੜਾ ਲਿਖਿਆ ਸੀ ਕਿ ਬਹੁਤ ਜਨਮ ਪਿਛਰੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਕਿਰਪਿਓ ਦਰਸ਼ਨ ਦੇਖੇ, ਹੈ ਨਾ ਜੀ। ਸੋ ਇਹਨਾਂ ਜਿਹੜੇ ਸੰਦਰਭ ਦੇ ਵਿੱਚ ਜਿਹੜਾ ਗੁਰਪੁਰਬ ਜਿਹੜਾ ਆਪਾਂ 1-2 ਦਿਨ ਪਹਿਲਾਂ, ਜਿਵੇਂ ਤੁਸੀਂ ਦੱਸਿਆ ਕਿ ਆਪਾਂ ਮਨਾ ਕੇ ਹਟੇ ਹਾਂ, ਤੇ ਉਹਨਾਂ ਨੂੰ ਜਿਹੜੀਆਂ ਸਮਰਪਿਤ ਹੈ ਇਹ ਜਿਹੜੀਆਂ ਸਤਰਾਂ ਲਿਖਿਆ ਸੀ। ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਕਾਸ਼ੀ ਸ਼ਹਿਰ 'ਚ ਜਨਮ ਲਿਆ ਸੀ ਰਹਿਬਰ ਨੇ, ਕਾਸ਼ੀ ਸ਼ਹਿਰ 'ਚ ਜਨਮ ਲਿਆ ਸੀ ਰਹਿਬਰ ਨੇ, ਸ਼ਹਿਰ ਸਾਰੇ ਵਿੱਚ ਹੋਈਆਂ ਸੀ ਰੁਸ਼ਨਾਈਆਂ ਜੀ। ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਕੋਈ ਨਹੀਂ ਉੱਚਾ ਕੋਈ ਨਹੀਂ ਨੀਵਾਂ ਦੁਨੀਆ ਤੇ, ਕੋਈ ਨਹੀਂ ਉੱਚਾ ਕੋਈ ਨਹੀਂ ਨੀਵਾਂ ਦੁਨੀਆ ਤੇ, ਸਤਿਗੁਰ ਸਾਨੂੰ ਦਸੀਆਂ ਸੀ ਸੱਚਾਈਆਂ ਜੀ। ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਰੌਲੀ ਵਾਲਿਆ ਰਹਿਬਰ ਉਸ ਨੂੰ ਮਾਫ ਕਰੇ, ਰੌਲੀ ਵਾਲਿਆ ਸਤਿਗੁਰ ਉਸ ਨੂੰ ਮਾਫ ਕਰੇ, ਜਿਸ ਨੇ ਉਸ ਦੇ ਨਾਮ ਤੇ ਵੰਡੀਆਂ ਪਾਈਆਂ ਜੀ। ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜੀ, ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਗੁਰੂ ਰਵਿਦਾਸ ਦੇ ਦਰ ਤੇ ਸੰਗਤਾਂ ਆਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ ਹੀ ਜਿਹੜੀਆਂ ਪੰਕਤੀਆਂ ਦੇ ਨਾਲ ਜਿਹੜਾ ਤੁਹਾਨੂੰ ਅੱਗੇ ਜਿਹੜਾ ਜਿੱਦਾਂ ਤੁਸੀਂ ਦੱਸਿਆ ਨਾ ਸਰਜੀਤ ਭਾਜੀ, ਕਿ ਜਿਹੜੇ ਸਾਡੇ ਰਹਿਬਰ ਆ, ਇਹਨਾਂ ਦਾ ਜਿਹੜਾ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਸੇਧ ਦਿੱਤੀ, ਸਾਨੂੰ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਸੇਧਾਂ ਵਾ ਉਹਨਾਂ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਜੀ। ਰੁਪਿੰਦਰ ਭਾਜੀ, ਬਹੁਤ ਵਧੀਆ ਤੁਸੀਂ ਗੁਰੂ ਰਵਿਦਾਸ ਜੀ ਉਹਨਾਂ ਦੇ ਉੱਪਰ ਇਹ ਕਵਿਤਾ ਲਿਖੀ ਔਰ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਸਾਡੇ ਸਰੋਤਿਆਂ ਨਾਲ ਸਾਂਝਾ ਵੀ, ਦਰਸ਼ਕਾਂ ਨਾਲ ਸਾਂਝਾ ਵੀ ਕੀਤਾ ਹੈ। ਜਿਸ ਤਰ੍ਹਾਂ ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਕਿ ਸਾਨੂੰ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੀਦਾ ਹੈ, ਔਰ ਪਿਆਰ ਨਾਲ ਆਪਾਂ ਤਾਂ ਹੀ ਰਹਿ ਸਕਦੇ ਹਾਂ ਜੇ ਆਪਾਂ ਆਪਣੇ ਗੁੱਸੇ ਨੂੰ, ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖ ਸਕਦੇ ਹਾਂ, ਉਹਨੂੰ ਕਾਬੂ 'ਚ ਰੱਖ ਸਕਦੇ ਹਾਂ। ਮੈਂ ਕਹਾਣੀ ਵੀ ਇਸ ਕਰਕੇ ਸੁਣਾਈ ਸੀ, ਗੁੱਸੇ ਦੀ ਜਿਹੜੀ ਦਵਾ ਹੈ ਉਹ ਅਸਲ 'ਚ ਮੌਨ ਹੈ, ਔਰ ਪਿਆਰ ਜੋ ਹੈ ਜ਼ਿੰਦਗੀ ਦਾ ਬਹੁਤ ਇੱਕ ਵੱਡਾ ਆਪਾਂ ਕਹਿ ਲਈਏ ਖਜ਼ਾਨਾ ਹੈ, ਜਿਹਨੂੰ ਅਸੀਂ ਜਿੰਨਾ ਵੰਡਾਂਗੇ ਉਨਾ ਵਧੂਗਾ, ਲੇਕਿਨ ਚੰਗੇ ਤਰੀਕੇ ਨਾਲ, ਕਿਉਂਕਿ ਦੁਨੀਆ 'ਚ ਅਸਲ ਪਿਆਰ ਦੀ ਬਹੁਤ ਲੋੜ ਹੈ। ਜਿੰਨਾ ਤੁਹਾਨੂੰ ਪਤਾ ਕਿ ਹਰ ਪਾਸੇ ਖੂਨ ਖਰਾਬਾ, ਧੋਖੇਬਾਜ਼ੀ ਸਭ ਕੁਝ ਹੋ ਰਹੀ ਹੈ, ਔਰ ਇਸ ਐਸੀ 4 ਦਿਨ ਦੀ ਜ਼ਿੰਦਗੀ 'ਚ ਅਸੀਂ ਆਪਾਂ ਪਿਆਰ ਨਾਲ ਨਾ ਜੀ ਸਕੇ ਤਾਂ ਫਿਰ ਜੀਣ ਦਾ ਕੀ ਫਾਇਦਾ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਕਿਉਂਕਿ ਪਿਆਰ ਦੇ ਤੁਸੀਂ ਵੀ ਬਹੁਤ ਨਜ਼ਦੀਕ ਰਹੇ ਹੋ, ਪਿਆਰ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲਿਖਦੇ ਵੀ ਹੋ, ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਨੂੰ ਲੈ ਕੇ? ਬਿਲਕੁਲ ਜੀ, ਬਿਲਕੁਲ। ਜਿਹੜੀ ਆ ਸੱਚੀ ਗੱਲ ਕਹੀ ਹੈ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਚੀਜ਼ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਉਹ ਹੈ ਪਿਆਰ, ਕਿਉਂਕਿ ਪਿਆਰ ਦੇ ਬਿਨਾਂ ਹਰ ਜਿਹੜਾ ਘਰ, ਹਰ ਸਮਾਜ, ਸਾਰੀ ਦੁਨੀਆ ਜਿਹੜੀ ਆ ਅਧੂਰੀ ਆ। ਜੇ ਅਸੀਂ ਕਿਸੇ ਨੂੰ ਪਿਆਰ ਕਰਾਂਗੇ ਤਾਂ ਉਹ ਵੀ ਸਾਨੂੰ ਅੱਗਿਓਂ ਪਿਆਰ ਕਰੇਗਾ, ਕਿਉਂਕਿ ਨਫ਼ਰਤ ਦੇ ਬਦਲੇ ਸਾਨੂੰ ਨਫ਼ਰਤ ਹੀ ਮਿਲਦੀ ਹੈ ਤੇ ਪਿਆਰ ਦੇ ਬਦਲੇ ਸਾਨੂੰ ਪਿਆਰ ਮਿਲਦਾ। ਔਰ ਪਿਆਰ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਤਾਕਤ ਹੈ, ਔਰ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਸਾਰੇ ਸਮਾਜ ਜਿਹੜਾ ਇਹ ਜਿਹੜਾ ਸੰਦੇਸ਼ ਆ ਕਿ ਸਾਂਝੀਵਾਲਤਾ ਦਾ, ਪਿਆਰ ਦਾ, ਮੁਹੱਬਤ ਦਾ ਜਿਹੜਾ ਇਹ ਦੁਨੀਆ ਵਿੱਚ ਫੈਲਾਉਣਾ ਚਾਹੀਦਾ, ਕਿਉਂਕਿ ਇਹ ਜੰਗਾਂ
ਇਹ ਜਿਹੜਾ ਜੋ ਸਮਾਜ ਦੇ ਵਿੱਚ ਅੱਜ ਕੱਲ੍ਹ ਵਿਚਰ ਰਹੇ ਨੇ ਲੋਕ, ਇਹ ਜਿਹੜੀ ਨਫ਼ਰਤ ਦੀ ਅੱਗ ਜਿਹੜੀ ਥਾਂ ਜਿਹੜੀ ਆ ਉਹ ਅਸੀਂ ਦੇਖ ਰਹੇ ਹਾਂ, ਇਹਨੇ ਸਾਨੂੰ ਕੁਛ ਨਹੀਂ ਦੇਣਾ ਬਜਾਏ ਕਿ ਸਾਨੂੰ ਤਬਾਹ ਕਰਨ ਦੇ। ਇਸ ਲਈ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਚੀਜ਼ ਦੀ ਸਾਨੂੰ ਸਭ ਤੋਂ ਜ਼ਿਆਦਾ ਹੈ ਉਹ ਪਿਆਰ ਹੈ। ਸਾਨੂੰ ਪਿਆਰ ਵੰਡਣਾ ਚਾਹੀਦਾ ਹੈ। ਵਾਕਈ। ਸੋ ਤੁਸੀਂ ਕੀ ਅੱਜ ਕਿਹੜੀ ਸਤਰਾਂ ਨਾਲ ਇਸ ਪਿਆਰ ਦਾ ਇਜ਼ਹਾਰ ਕਰੋਗੇ? ਬਿਲਕੁਲ ਜੀ, ਪਹਿਲਾਂ ਸਭ ਤੋਂ ਆਪਣਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਸੀਗਾ, ਜਿੱਦਾਂ ਮੈਂ ਗੱਲ ਕੀਤੀ ਸੀਗੀ ਆਪਣੇ ਸਮਾਜ ਦੀ, ਆਪਣੇ ਸੱਭਿਆਚਾਰ ਦੀ ਪਹਿਲਾਂ ਗੱਲ ਕੀਤੀ, ਤਾਂ ਮੈਂ ਜਿਹੜੀ ਇੱਕ ਰਚਨਾ ਜਿਹੜੀ ਆ ਉਹ ਮੈਂ ਲੈ ਕੇ ਆਇਆ ਵਾਂ ਸਾਡੀਆਂ ਧੀਆਂ ਵਾਸਤੇ। ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿੱਥੇ ਆਪਾਂ ਇੰਨੀਆਂ ਜਿਹੜੀਆਂ ਗੱਲਾਂ ਕੀਤੀਆਂ ਹਨ, ਪਿਆਰ ਦੀ ਗੱਲ ਕੀਤੀ ਹੈ, ਹੋਰ ਸੇਧ ਦੇਣ ਦੀਆਂ ਗੱਲਾਂ ਕੀਤੀਆਂ ਨੇ, ਉਹਦੇ ਵਿੱਚ ਇੱਕ ਸੰਦੇਸ਼ ਇਹ ਵੀ ਜ਼ਰੂਰੀ ਹੈ ਕਿ ਸਾਡੇ ਸਮਾਜ ਦਾ ਇੱਕ ਇਹ ਵੀ ਜਿਹੜਾ ਬਹੁਤ ਵੱਡਾ ਜਿਹੜਾ ਜੇ ਕਹਿ ਲਈਏ ਕਿ ਘਾਟਾ ਹੈ ਕਿ ਲੋਕ ਜਿਹੜੇ ਨੇ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀਆਂ ਵਾ ਧੀਆਂ ਜਾਂ ਕੁੜੀਆਂ ਵਾ, ਉਹਨਾਂ ਨੂੰ ਜਿਹੜਾ ਹੈਗਾ ਵਾ ਪੁੱਤਰ ਵਰਗਾ ਦਰਜਾ ਨਹੀਂ ਦੇ ਪਾਏ। ਸੋ ਇਸੇ ਹੀ ਸੰਦਰਭ ਦੇ ਵਿੱਚ ਇੱਕ ਮੈਂ ਰਚਨਾ ਜਿਹੜੀ ਆ ਪੇਸ਼ ਕਰਨਾ ਚਾਹਾਂਗਾ। ਰਚਨਾ ਹੈ ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਕਿਆ ਬਾਤ ਹੈ। ਹਾਂਜੀ, ਉਸ ਨੂੰ ਆਪ ਬੁਲੰਦ ਹੈ ਕੀਤਾ, ਤਾਈਓ ਤਾਂ ਬੁਲੰਦੀਆਂ ਛੋਹੀਆਂ। ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਹਰ ਖੇਤਰ ਵਿੱਚ ਅੱਗੇ ਲੰਘੀਆਂ, ਪੁੱਤਾਂ ਤੋਂ ਕਈ ਹਿੱਸੇ ਚੰਗੀਆਂ। ਹਰ ਖੇਤਰ ਵਿੱਚ ਅੱਗੇ ਲੰਘੀਆਂ, ਪੁੱਤਾਂ ਤੋਂ ਕਈ ਹਿੱਸੇ ਚੰਗੀਆਂ। ਜਦ ਵੀ ਪੁੱਤ ਕਪੁੱਤਰ ਹੋਏ, ਇਹੀ ਨੇੜੇ ਆਣ ਖਲੋਈਆਂ। ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਕਦੇ ਨਾ ਹੱਕ ਵੰਡਾਵਣ ਧੀਆਂ, ਸਭ ਦਾ ਚੰਗਾ ਚਾਹਵਣ ਧੀਆਂ। ਕਦੇ ਨਾ ਹੱਕ ਵੰਡਾਵਣ ਧੀਆਂ, ਸਭ ਦਾ ਚੰਗਾ ਚਾਹਵਣ ਧੀਆਂ। ਇਹ ਉਹ ਕਲੀਆਂ ਜਿਉ ਨੇ ਵੰਡਣ, ਹਰ ਵਿਹੜੇ ਦੇ ਵਿੱਚ ਖੁਸ਼ਬੋਈਆਂ। ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਸੋ ਅਖੀਰਲਾ ਜਿਹੜਾ ਸ਼ੇਰ ਹੈ ਸਰਬਜੀਤ ਵੀਰ ਜੀ, ਧਿਆਨ ਕਰਨਾ ਜੀ। ਰੌਲੀ ਵਾਲਿਆ ਆਓ ਆਪਾਂ, ਧੀ ਪੁੱਤਰ ਦਾ ਫਰਕ ਮਿਟਾਈਏ। ਰੌਲੀ ਵਾਲਿਆ ਆਓ ਆਪਾਂ, ਧੀ ਪੁੱਤਰ ਦਾ ਫਰਕ ਮਿਟਾਈਏ। ਹੱਥ ਜੋੜ ਕੇ ਕਹੇ ਰੁਪਿੰਦਰ, ਸਭਨਾ ਅੱਗੇ ਇਹ ਰਜੋਈਆਂ। ਕੂੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਹੁਣ ਤਾਂ ਧੀਆਂ ਪੁੱਤਰ ਹੋਈਆਂ। ਹੁਣ ਤਾਂ ਧੀਆਂ ਪੁੱਤਰ ਹੋਈਆਂ ਜੀ। ਪੁੱਤਰ ਹੋਈਆਂ। ਵਾਕਈ ਰੁਪਿੰਦਰ ਜੀ, ਬਹੁਤ ਵਧੀਆ ਸੋਚ, ਤੁਹਾਡੀ ਸੋਚ ਨੂੰ ਸਲਾਮ ਹੈ। ਕਿੰਨਾ ਵਧੀਆ ਲਿਖਿਆ ਕਿ ਹੁਣ ਤਾਂ ਧੀਆਂ ਪੁੱਤਰ ਹੋਈਆਂ। ਔਰ ਵਾਕਈ ਇਹ ਸੱਚਾਈ ਹੈ ਕਿ ਅੱਜ ਕੱਲ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਰਹਿ ਗਿਆ। ਔਰ ਤੁਹਾਡੀ ਇਸ ਕਵਿਤਾ ਰਾਹੀਂ ਇੱਕ ਸੰਦੇਸ਼ ਵੀ ਗਿਆ ਹੈ ਕਿ ਧੀਆਂ ਨੂੰ ਕੁੱਖਾਂ 'ਚ ਨਾ ਮਾਰੋ, ਕਿਉਂਕਿ ਧੀਆਂ ਜੋ ਹੈ ਉਹ ਪੁੱਤਰਾਂ ਨਾਲੋਂ ਜ਼ਿਆਦਾ ਪਿਆਰ ਕਰਦੀਆਂ। ਸੋ ਬਹੁਤ ਵਧੀਆ ਇਹ ਕਵਿਤਾ ਤੁਸੀਂ ਲਿਖੀ ਹੈ। ਔਰ ਕਹਿੰਦੇ ਨਾ ਕਿਸੇ ਵਿਦਵਾਨ ਆਦਮੀ ਨੇ ਗੱਲ ਵੀ ਕਹੀ ਕਿ ਧੀਆਂ ਨੂੰ ਪਾਲਣ ਦੀ ਔਕਾਤ ਹਰ ਕਿਸੇ ਦੀ ਨਹੀਂ ਹੁੰਦੀ। ਧੀਆਂ ਨੂੰ ਉਹੀ ਪਾਲ ਸਕਦਾ ਜਿਹਨੂੰ ਰੱਬ ਨੇ ਚੁਣਿਆ ਹੁੰਦਾ, ਉਹਦੇ ਘਰ ਹੀ ਧੀ ਹੁੰਦੀ ਹੈ। ਸੋ ਕਹ ਲਓ ਵੀ ਉਹ ਇੱਕ ਬਾਦਸ਼ਾਹ ਤੋਂ ਘੱਟ ਨਹੀਂ ਹੁੰਦਾ, ਕਿਉਂਕਿ ਧੀਆਂ ਦਾ ਕਹਿੰਦੇ ਜੋ ਦਾਨ ਕਰਦਾ ਨਾ, ਉਸ ਦਾਨ ਤੋਂ ਬੜਾ ਦੁਨੀਆ 'ਚ ਕੋਈ ਦਾਨ ਨਹੀਂ ਹੈ। ਵਾਕਈ ਤੁਹਾਡੀ ਸੋਚ ਨੂੰ ਸਲਾਮ ਹੈ ਔਰ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਲਿਖਿਆ ਵੀ ਹੈ। ਔਰ ਜਿਸ ਤਰ੍ਹਾਂ ਤੁਸੀਂ ਪਿਆਰ ਦਾ ਇਜ਼ਹਾਰ ਕੀਤਾ ਔਰ ਉਹਨੂੰ ਧੀਆਂ ਦੇ ਰੂਪ 'ਚ ਪਿਆਰ ਨੂੰ ਦਰਸਾਇਆ, ਵਾਕਈ ਉਹ ਚੀਜ਼ ਵੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਰੁਪਿੰਦਰ ਹੁੰਡਲ, ਇੱਕ ਸਵਾਲ ਤੁਹਾਡੇ ਨਾਲ। ਇੱਕ ਨੌਜਵਾਨ ਸ਼ਾਇਰ ਜਿਹੜਾ ਕਿ ਆਪਣੇ ਦੇਸ਼ ਦੀ ਧਰਤੀ ਤੋਂ ਉੱਠ ਕੇ ਫਿਰ ਵਿਦੇਸ਼ ਦੀ ਧਰਤੀ ਤੇ ਆ ਜਾਂਦਾ, ਲੱਖ ਮੁਸੀਬਤਾਂ ਆਉਂਦੀਆਂ ਉਹਨੂੰ, ਪਰ ਉਹਦੇ ਬਾਵਜੂਦ ਵੀ ਰੁਪਿੰਦਰ ਹੁੰਡਲ ਨੇ ਲਿਖਣਾ ਨਹੀਂ ਛੱਡਿਆ। ਇਹ ਕਿਸ ਤਰ੍ਹਾਂ ਇੱਕ ਸ਼ਾਇਰ ਦੇ ਜੋ ਜਜ਼ਬਾਤ ਸੀ ਉਹ ਤੁਹਾਡੇ ਅੰਦਰ ਕਿਸ ਤਰ੍ਹਾਂ ਵਲਵਲੇ ਲੈਂਦੇ ਸੀ ਕਿ ਜੋ ਤੁਸੀਂ ਉਸ ਤੋਂ ਦੂਰ ਨਹੀਂ ਜਾ ਸਕੇ ਔਰ ਉਹਨਾਂ ਵਲਵਲਿਆਂ ਨੂੰ ਤੁਸੀਂ ਕੋਰੇ ਕਾਗਜ਼ ਦੀ ਹਿੱਕ ਤੇ ਬਹੁਤ ਵਧੀਆ ਤਰੀਕੇ ਨਾਲ ਉਤਾਰਦੇ ਰਹੇ। ਇਹ ਰੁਪਿੰਦਰ ਹੁੰਡਲ ਸ਼ਾਇਰ ਕਿੱਦਾਂ ਬਣਿਆ, ਸਾਨੂੰ ਇਹ ਵੀ ਦੱਸਿਓ। ਦੇਖੋ ਜੀ, ਮੈਂ ਜਿਹੜਾ ਮੇਰਾ ਲਿਖਣ ਦਾ ਸਫ਼ਰ ਆ ਉਹ ਮੇਰਾ DAV ਕਾਲਜ ਨਕੋਦਰ ਤੋਂ ਸ਼ੁਰੂ ਹੋ ਚੁੱਕਾ ਸੀ। ਕਾਫੀ ਮੇਰੇ ਜਿਹੜੇ ਦੋਸਤ ਹੈ ਅੱਜ ਉਹ ਭਾਵੇਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਨੇ ਜਾਂ ਉਹ ਇੰਡੀਆ ਦੇ ਵਿੱਚ ਨੇ, ਉਹਨਾਂ ਵਿੱਚ ਕੁਝ ਇੱਕ ਦੋਸਤ ਮਿੱਤਰ ਇਦਾਂ ਦੇ ਸੀਗੇ ਕਿ ਜਿਨ੍ਹਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ। ਮੈਂ ਉਦੋਂ ਕੋਈ ਜਿਹੜੇ ਛੋਟੇ ਮੈਗਜ਼ੀਨ ਜਾਂ ਅਖਬਾਰਾਂ ਜਿਹੜੀਆਂ ਸੀਗੀਆਂ ਛਪਦੀਆਂ ਹੁੰਦੀਆਂ ਸੀ, ਸਪਤਾਹਿਕ ਅਖਬਾਰਾਂ ਜਿਹੜੀਆਂ ਜਲੰਧਰ ਤੋਂ, ਮੈਂ ਉਹਨਾਂ ਦੇ ਵਿੱਚ ਕਦੀ ਆਪਣੀ ਕੋਈ ਛੋਟੀ ਰਚਨਾ ਲਿਖ ਕੇ ਭੇਜ ਦੇਣੀ। ਉਹ ਜਦੋਂ ਛਪਣੀ ਤੇ ਮੈਂ ਪੜ੍ਹਨਾ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਉਹਨੂੰ ਪੜ੍ਹਾਉਣਾ, ਉਹਨਾਂ ਨੇ ਮੈਨੂੰ ਬੜਾ ਜਿਹੜਾ ਨਾ ਐਪਰੀਸ਼ੀਏਟ ਕਰਨਾ ਕਿ ਤੂੰ ਲਿਖਦਾ ਹੈ ਔਰ ਤੈਨੂੰ ਲਿਖਣਾ ਚਾਹੀਦਾ ਅੱਗੇ ਜਾ ਕੇ। ਉਸ ਤੋਂ ਬਾਅਦ ਕਾਫੀ ਜਿਹੜਾ ਮੈਂ ਇੰਡੀਆ ਦੇ ਵਿੱਚ ਜਦੋਂ ਉਹਦੇ ਵਿੱਚ ਮੈਂ ਕਾਫੀ ਰਚਨਾਵਾਂ ਦਿੱਤੀਆਂ, ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਇਟਲੀ ਜਦੋਂ ਯੂਰਪ ਦੇ ਵਿੱਚ ਮੈਂ ਆ ਗਿਆ,
ਪਰ ਜਿਹੜਾ ਮੇਰੇ ਅੰਦਰ ਦੇ ਵਿੱਚ ਇੱਕ ਜਿਹੜਾ ਕਵੀ ਸੀਗਾ, ਇੱਕ ਲੇਖਕ ਸੀ, ਉਹ ਵੀ ਮੇਰੇ ਨਾਲ ਹੀ ਟਰੈਵਲ ਕਰਕੇ ਮੇਰੇ ਨਾਲ ਆਇਆ ਔਰ ਇੱਥੇ ਆ ਕੇ ਥੋੜਾ ਮੈਨੂੰ ਸੀ ਕੋਈ ਜ਼ਿਆਦਾ ਮੌਕਾ ਮਿਲਿਆ ਲਿਖਣ ਦਾ। ਮੈਂ ਜੋ ਵੀ ਜਿਹੜੇ ਸਾਡੇ ਸਮਾਜ ਦੇ ਰੰਗ ਸੀ ਜਾਂ ਹੋਰ ਜਿਹੜੀਆਂ ਮੈਂ ਚੀਜ਼ਾਂ ਦੇਖੀਆਂ ਉਹਨਾਂ ਦੇ ਉੱਤੇ ਮੈਨੂੰ ਫਿਰ ਲਿਖਣ ਦਾ ਬੜਾ ਮੈਨੂੰ ਮੌਕਾ ਮਿਲਿਆ ਔਰ ਫਿਰ ਮੇਰਾ ਇੱਕ ਜਿਹੜਾ ਹੈਗਾ ਦਾਇਰਾ ਵੱਧ ਗਿਆ, ਕਿਉਂਕਿ ਯੂਰਪ ਦੇ ਵਿੱਚ ਉਸ ਸਮੇਂ ਇੰਗਲੈਂਡ ਤੋਂ ਕਾਫੀ ਜਿਹੜੇ ਮੈਗਜ਼ੀਨ ਜਾਂ ਜਿਹੜੀਆਂ ਆਨਲਾਈਨ ਅਖਬਾਰਾਂ ਸੀਗੀਆਂ ਜਾਂ ਜਿਹੜੀਆਂ ਛਪਦੀਆਂ ਉਹਨਾਂ ਦੇ ਵਿੱਚ ਮੈਂ ਆਪਣੀਆਂ ਕਵਿਤਾਵਾਂ ਨੂੰ ਭੇਜਣਾ ਸ਼ੁਰੂ ਕੀਤਾ ਔਰ ਉਹਦਾ ਮੈਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਔਰ ਉਸ ਤੋਂ ਬਾਅਦ ਫਿਰ ਇਹ ਜਿਹੜਾ ਵਲਵਲਾ ਅੱਜ ਤੱਕ ਨਿਰੰਤਰ ਜਾਰੀ ਹੈ ਔਰ ਜੋ ਮੈਨੂੰ ਲੱਗਦਾ ਕਿ ਹੁਣ ਉਮਰਾਂ ਜਦੋਂ ਤੱਕ ਉਮਰ ਹੈ ਉਹ ਚੱਲਦਾ ਰਹੇਗਾ। ਔਰ ਮੈਂ ਖਾਸ ਕਰਕੇ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੇ ਅੱਜ ਵੀ ਸ਼ਾਇਦ ਮੈਨੂੰ ਕਿਤੇ ਦੇਖ ਔਰ ਸੁਣ ਰਹੇ ਹੋਣਗੇ, ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਜਿਹੜਾ ਹੈਗਾ ਐਪਰੀਸ਼ੀਏਟ ਕੀਤਾ ਔਰ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਵੀ ਇਸ ਸਫ਼ਰ ਦੇ ਉੱਤੇ ਨਿਰੰਤਰ ਚੱਲਦਾ ਜਾ ਰਿਹਾ। ਜੀ ਕੀ ਬਾਤ ਹੈ। ਰੁਪਿੰਦਰ ਜੀ ਸਾਡੇ ਕਾਲ ਆ ਗਈ, ਆਪਾਂ ਕਾਲ ਲੈ ਲਈ ਔਰ ਇਹ ਵੀ ਕਾਲ ਇੱਕ ਬਹੁਤ ਹੀ ਵਧੀਆ ਸ਼ਾਇਰ ਨੇ ਜੋ ਇਟਲੀ ਵਿੱਚ ਹੀ ਰਹਿੰਦੇ ਨੇ, ਬਿੰਦਰ ਕੋਲੀਆਵਾਲ ਜੀ। ਬਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਵਾਹ ਜੀ ਵਾਹ ਵਿੱਚ। ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿਹੜੀ ਕਿਤਾਬ ਆਈ ਹੈ ਤਾਰਾਬੰਦੀ ਦੀ ਦਾਸਤਾਨ ਜੋ COVID-19 ਤੇ ਤੁਸੀਂ ਲਿਖੀ ਸੀ, ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਨੂੰ ਵਾਹ ਜੀ ਵਾਹ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਸ਼ੁਕਰੀਆ ਡਾਕਟਰ ਸਾਹਿਬ ਤੇ KTV ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਮੇਰੇ ਬਹੁਤ ਹੀ ਪਿਆਰੇ ਦੋਸਤ ਵੀਰ ਰੁਪਿੰਦਰ ਹੁੰਦਲ ਜੀ ਆਪਣੇ ਪ੍ਰੋਗਰਾਮ ਚ ਆਏ ਤੇ ਮੈਂ ਦੇਖ ਰਿਹਾ ਸੀਗਾ ਜੀ, ਬਹੁਤ ਵਧੀਆ ਰਚਨਾਵਾਂ ਪੇਸ਼ ਕਰ ਰਹੇ ਆ ਜੀ। ਮੈਂ ਤਾਂ ਬਸ ਆਪਣੀ ਹਾਜ਼ਰੀ ਲਵਾਉਣ ਆਇਆ ਸੀ ਕਿ ਉਹਨਾਂ ਨੂੰ ਮੁਬਾਰਕਬਾਦ ਦੇਵਾਂ ਤੇ ਇਸੇ ਤਰ੍ਹਾਂ ਉਹ ਆਪਣੀ ਕਲਮ ਨੂੰ ਅਜਮਾਈ ਕਰਦੇ ਰਹਿਣ ਤੇ ਹਮੇਸ਼ਾ ਵਧੀਆ ਵਧੀਆ ਰਚਨਾਵਾਂ ਲੈ ਕੇ ਸਰੋਤਿਆਂ ਦੇ ਰੂਬਰੂ ਕਰਦੇ ਰਹਿਣ। ਬਿੰਦਰ ਭਾਜੀ ਤੁਹਾਡੀ ਰਹਿਨੁਮਾਈ ਚ ਜਿਹੜੇ ਵੀ ਸ਼ਾਇਰ ਆਉਂਦੇ ਨੇ ਤੁਸੀਂ ਬਹੁਤ ਵਧੀਆ ਉਹਨਾਂ ਦੀ ਤਾਰੀਫ ਕਰਦੇ ਹੋ ਔਰ ਵਧੀਆ ਉਹਨਾਂ ਨੂੰ ਸਿੱਖਿਆ ਵੀ ਦਿੰਦੇ ਹੋ ਔਰ ਮਤਲਬ ਸਮੇਂ-ਸਮੇਂ ਤੇ ਤੁਸੀਂ ਉਹਨਾਂ ਦੀ ਬਹੁਤ ਮਦਦ ਵੀ ਕਰਦੇ ਹੋ। ਸੋ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਇੱਕ ਜੇ ਆਪਾਂ ਗੱਲ ਕਰੀਏ ਇਟਲੀ ਵਿੱਚ ਹੀ ਨਹੀਂ ਮੈਂ ਪੂਰੇ ਯੂਰਪ ਚ ਕਹਾਂਗਾ ਕਿ ਬਹੁਤ ਸੀਨੀਅਰ ਤੁਸੀਂ ਇੱਕ ਸਾਡੇ ਲੇਖਕ ਵੀ ਹੋ ਔਰ ਵਧੀਆ ਸਾਡੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕੀਤੀ ਕਈ ਕਿਤਾਬਾਂ ਲਿਖ ਕੇ। ਮੈਂ ਚਾਹਾਂਗਾ ਕਿ ਅੱਜ ਤੁਸੀਂ ਜ਼ਰੂਰ ਆਪਣੀ ਕਿਸੇ ਰਚਨਾ ਨਾਲ ਇਸ ਪ੍ਰੋਗਰਾਮ ਵਿੱਚ ਆਪਣਾ ਸਾਂਝ ਪਾ ਕੇ ਜਾਓ। ਫਿਰ ਡਾਕਟਰ ਸਾਹਿਬ ਮੈਂ ਅਸਲ ਚ ਕਿਤਾਬ ਕੋਲ ਨਹੀਂ ਰੱਖੀ, ਮੈਂ ਫਿਰ 2 ਮਿੰਟਾਂ ਬਾਅਦ ਤੁਹਾਨੂੰ ਕਾਲ ਦੁਬਾਰਾ ਕਰੂੰਗਾ। ਚਲੋ ਠੀਕ ਹੈ ਜੀ, ਕੋਈ ਨਹੀਂ, ਅਸੀਂ ਤੁਹਾਡੇ ਕਾਲ ਦਾ ਇੰਤਜ਼ਾਰ ਕਰਾਂਗੇ ਜੀ। ਕੋਈ ਹਾਂਜੀ ਮੈਂ ਮਾਫੀ ਇਸ ਕਰਕੇ ਕਿ ਮੈਂ ਕਿਤਾਬ ਕੋਲ ਨਹੀਂ ਰੱਖੀ ਜੀ ਤੇ ਮੈਂ ਤੁਹਾਨੂੰ ਕਾਲ ਕਰਦਾ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਥੈਂਕ ਯੂ। ਹਾਂਜੀ ਬਿੰਦਰ ਭਾਜੀ ਆਏ ਲੇਕਿਨ ਉਹਨਾਂ ਨੇ ਹਲੇ ਆਪਣੀ ਰਚਨਾ ਸਾਡੇ ਨਾਲ ਸਾਂਝੀ ਨਹੀਂ ਕੀਤੀ ਪਰ ਵਾਅਦਾ ਕਰਕੇ ਗਏ ਕਿ ਆਪਾਂ ਜ਼ਰੂਰ ਦੁਬਾਰਾ ਮੈਂ ਆਣਾ ਕਾਲ ਕਰਦਾ ਤੁਹਾਨੂੰ ਤੇ ਇੱਕ ਰਚਨਾ ਵੀ ਸਾਂਝੀ ਕਰੂੰਗਾ। ਹਾਲਾਂਕਿ ਉਹ ਸਾਡਾ ਪ੍ਰੋਗਰਾਮ ਦੇਖ ਰਹੇ ਆ ਔਰ ਕਿਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਲੇਖਕ ਵੀਰ ਨੇ ਜੋ ਸੀਨੀਅਰ ਨੇ ਇਸ ਲਾਈਨ ਤੇ ਔਰ ਵਧੀਆ ਲਿਖਦੇ ਨੇ, ਉਹ ਜਦੋਂ ਇੱਕ ਹੱਲਾਸ਼ੇਰੀ ਦਿੰਦੇ ਨਾ ਆਪਣੇ ਨੌਜਵਾਨ ਸ਼ਾਇਰ ਨੂੰ, ਫਿਰ ਜਿਹੜਾ ਸ਼ਾਇਰਾਂ ਦਾ ਹੋਰ ਹੌਸਲਾ ਵੱਧ ਜਾਂਦਾ ਹੈ। ਬਿਲਕੁਲ ਜੀ, ਔਰ ਖਾਸ ਕਰਕੇ ਬਿੰਦਰ ਭਾਜੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ ਔਰ ਮੈਂ ਇਹਨਾਂ ਦੇ ਨਾਲ ਕਾਫੀ ਟਾਈਮ ਤੋਂ ਜਿਹੜਾ ਜੁੜਿਆ ਹੋਇਆ ਔਰ ਇਹ ਜਿਹੜਾ ਹੈਗਾ ਇਹ ਵੀ ਪੰਜਾਬੀ ਮਾਂ ਬੋਲੀ ਦੇ ਇੱਕ ਜਿਹੜੇ ਸੱਚੇ ਸਪੁੱਤਰ ਵਾਂਗ ਜਿਹੜੀ ਆਪਣੀ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਔਰ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਸੇਧ ਦਿੱਤੀ ਹੈ ਔਰ ਅਸੀਂ ਇਹਨਾਂ ਤੋਂ ਬਹੁਤ ਸਿੱਖਦੇ ਹਾਂ ਔਰ ਸਿੱਖਦੇ ਰਵਾਂਗੇ। ਜੀ ਵਾਕਈ ਇਹ ਹੈ ਹੀ ਕਹਿੰਦੇ ਦੇ ਤਾਰੀਫ ਦੇ ਕਾਬਿਲ ਕਿਉਂਕਿ ਸਿੱਖਣਾ ਨਾਲੇ ਇੱਕ ਸਭ ਤੋਂ ਬੜੀ ਗੱਲ ਹੈ ਸਿੱਖ ਜਿਹੜਾ ਨਾ ਉਹ ਅਸਲ 'ਚ ਸਿੱਖਣ ਵਾਸਤੇ ਹੀ ਬਣਿਆ ਹੈ ਤੇ ਜਦੋਂ ਸਿੱਖ ਕੋਈ ਵੀ ਚੀਜ਼ ਸਿੱਖਣਾ ਚਾਹੇ ਤਾਂ ਫਿਰ ਉਸ ਤੋਂ ਪਿੱਛੇ ਨਹੀਂ ਹਟਦਾ ਕਿਉਂਕਿ ਇੱਕ ਸਾਡੀ ਕੌਮ ਨੂੰ ਜਿੱਦੀ ਕੌਮ ਵੀ ਕਿਹਾ ਜਾਂਦਾ ਹੈ। ਰਵਿੰਦਰ ਜੀ ਇੱਕ ਕਾਲ ਹੋਰ ਆ ਗਈ ਹੈ ਆਪਣੇ ਬਹੁਤ ਹੀ ਮਾਨਯੋਗ ਸਾਡੇ ਨਛੱਤਰ ਭੋਗਲ ਜੀ ਜੋ ਸਾਡੇ ਨਾਲ ਜੁੜ ਰਹੇ ਨੇ ਇੰਗਲੈਂਡ ਤੋਂ ਇਸ ਵੇਲੇ। ਭੋਗਲ ਸਾਹਿਬ ਤੁਹਾਡਾ ਜੀ ਆਇਆਂ ਨੂੰ ਅਸੀਂ ਕਹਿੰਦੇ ਆ ਇੱਥੇ ਪ੍ਰੋਗਰਾਮ ਦੇ ਵਾਹ ਜੀ ਵਾਹ ਵਿੱਚ। ਸੋ ਤੁਹਾਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਰੁਪਿੰਦਰ ਹੁੰਦਲ ਸਾਹਿਬ ਨੂੰ ਜੀ ਆਇਆਂ ਕਹਿਣਾ ਆਪਣੇ ਪ੍ਰੋਗਰਾਮ ਦੇ ਵਿੱਚ। ਮੈਂ ਆਪਣਾ ਪ੍ਰੋਗਰਾਮ ਤਾਂ ਕਹਿਣਾ ਸਰਬਜੀਤ ਸਿੰਘ ਕਿਉਂਕਿ ਤੂੰ ਤੇਰੇ ਨਾਲ ਅਸੀਂ ਜੁੜੇ ਹੋਵਾਂ, ਤੇਰਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡੇ ਪਿਆਰ ਦਾ। ਕੋਈ ਪ੍ਰੋਗਰਾਮ ਵੀ ਆ ਉਹ ਵਧੀਆ ਹੋਣ ਦੇ ਕੋਈ ਨਾ ਕੋਈ ਕਾਰਨ ਹੁੰਦੇ ਜੀ। ਤੂੰ ਅੱਧੇ ਪੌਣੇ ਘੰਟੇ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਤਕਰੀਬਨ ਬਹੁਤ ਕੁਝ ਕਵਰ ਕਰ ਜਾਂਦਾ। ਥੈਂਕ ਯੂ ਭਾਜੀ। ਤੇ ਵਿੱਚ ਫਿਰ ਸਾਡੇ ਵਰਗਿਆਂ ਦੀਆਂ ਕੋਲਾਂ ਵੀ ਲੈਣੀਆਂ ਹੁੰਦੀਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਨਾ ਆਪਣੇ ਤੁਸੀਂ ਪਹਿਲਾਂ ਭਗਤ ਰਵਿਦਾਸ ਜੀ ਦੇ ਜਨਮ ਉਤਸਵ ਦੀ ਗੱਲ ਕੀਤੀ ਹੈ ਜੀ।
ਮੈਂ ਉੱਥੇ ਤੈਨੂੰ ਪਤਾ ਮੇਰੀਆਂ ਕਵਿਤਾਵਾਂ ਲੰਮੀਆਂ ਹੁੰਦੀਆਂ ਤਾਂ ਮੈਂ ਇੱਕ ਸ਼ੇਰ ਸੁਣਾ ਕੇ ਫਿਰ ਮੈਂ ਦੂਜੇ ਟੌਪਿਕ ਵੱਲ ਆਉਣਾ। ਜੀ ਆਜੋ ਜੀ ਆਜੋ ਜੀ ਆਜੋ। ਭਟਕਾਂ ਨਾ ਪਛਤਾਵਾਂ ਨਾ ਹੀ ਦਰ ਦਰ ਧੱਕੇ ਖਾਵਾਂ। ਵਾਹ। ਉਹ ਦਰ ਉੱਚਾ ਸੁੱਚਾ ਜਿੱਥੇ ਜਾ ਕੇ ਸੀਸ ਨਵਾਵਾਂ। ਵਾਹ। ਪੈਰੋਕਾਰ ਮੈਂ ਹੋਇਆ ਉੱਚੀਆਂ ਸੋਚਾਂ ਵਾਲੇ ਦਾ, ਬਣਿਆ ਫਿਰਾਂ ਮਰੀਦ ਮੈਂ ਸਤਿਗੁਰ ਕਾਂਛੀ ਵਾਲੇ। ਵਾਹ ਜੀ ਵਾਹ। ਵਾਹ। ਆਪਣੇ ਮੈਂ ਇੱਕ ਤੈਨੂੰ ਆਪਣੇ ਸਰਬਜੀਤ ਸਿੰਘ ਮਾਫ ਕਰਨਾ ਮੈਨੂੰ ਤੇ ਕਈ ਵਾਰੀ ਤੁਹਾਨੂੰ ਕਹਿਣ ਦੀ ਬਜਾਏ ਤੈਨੂੰ ਕਹਿ ਹੋ ਜਾਂਦਾ, ਤੂੰ ਮੇਰਾ ਛੋਟਾ ਭਰਾ ਹੈ ਜੀ। ਵਾਕਈ ਮੈਂ ਇਸ ਗੱਲ ਨੂੰ ਕੋਈ ਬੁਰਾ ਨਹੀਂ ਕਹਿੰਦਾ ਜੀ। ਮੈਂ ਬਹੁਤ ਛੋਟਾ ਤੁਹਾਡੇ ਸਾਰਿਆਂ ਤੋਂ, ਔਰ ਤੁਸੀਂ ਮੈਨੂੰ ਨਾਂ ਲਾ ਕੇ ਬੁਲਾਓ ਜਾਂ ਤੂੰ ਕਹਿ ਕੇ ਬੁਲਾਓ, ਕੋਈ ਨਹੀਂ। ਪਿਆਰ ਜਿੱਥੇ ਨਾ ਜਿੱਥੇ ਹੁੰਦਾ ਉੱਥੇ ਸਭ ਕੁਝ ਜਾਇਜ਼ ਹੁੰਦਾ ਹੈ। ਪਰ ਤੇਰੀ ਸੋਚ ਉੱਚੀ ਆ। ਇੱਕ ਗੱਲ ਦਾ ਤੂੰ ਹੋਰ ਵਧਾਈ ਦਾ ਪਾਤਰ ਆ ਵੀ ਤੂੰ ਰੁਪਿੰਦਰ ਹੁੰਦਲ ਵਰਗੇ ਵੀਰ ਜਦੋਂ ਵੀ KTV ਦੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣਾ ਤਾਂ ਮੈਨੂੰ ਬੜਾ ਬਹੁਤ ਚੰਗਾ ਲੱਗਦਾ, ਕਿਉਂਕਿ ਜਿਹੜੇ ਨੌਜਵਾਨ ਰੁਪਿੰਦਰ ਵੀਰ ਵਰਗੇ ਲਿਖਦੇ ਆ, ਵਿੰਦਰ ਕੋਲੀਆਵਾਲ ਮੇਰਾ ਛੋਟਾ ਭਰਾ ਤੇਰੇ ਅੰਗ, ਉਹ ਵੀ ਜਦੋਂ ਨਾ ਬੋਲਦਾ ਮੈਨੂੰ ਬੜਾ ਪਿਆਰ ਹਰ ਵੇਲੇ। ਤਕਰੀਬਨ ਕਈ ਚਿਰ ਲੱਗੇ ਰਹੀਦਾ। ਤੇ ਦੇਖੋ ਦੂਜਾ ਟੌਪਿਕ ਆਪਣਾ ਸੀਗਾ ਦੀਪ ਸਿੱਧੂ ਜੀ। ਵਾਕਈ ਮੈਂ ਉਹਦੇ ਬਾਰੇ ਕੋਈ ਭੂਮਿਕਾ ਨਹੀਂ ਬੰਨਣੀ ਚਾਹੁੰਦਾ, ਜਿਹੜੀ ਮੇਰੀ ਕਵਿਤਾ ਹੀ ਆ ਉਹ ਉਹਦੀ ਭੂਮਿਕਾ ਹੋਊਗੀ ਜੀ। ਤੇ ਉਸ ਤੋਂ ਪਹਿਲਾਂ ਇੱਕ ਸ਼ੇਰ ਬੋਲਣਾ ਚਾਹੁੰਦਾ ਜ਼ਰੂਰ। ਇਰਸ਼ਾਦ ਜੀ, ਇਰਸ਼ਾਦ। ਕੋਈ ਨਾ ਜੋ ਭਈ ਸਿੱਖੀ ਸਿਦਕ ਨੂੰ ਉੱਚਾ ਰੱਖਦੇ ਜਿੰਦ ਜਾਂਦੀ ਤਾਂ ਜਾਏ। ਸਿੱਖੀ ਸਿਦਕ ਨੂੰ ਉੱਚਾ ਰੱਖਦੇ ਜਿੰਦ ਜਾਂਦੀ ਤਾਂ ਜਾਏ। ਉਹ ਸੀਸ ਤਲੀ ਤੇ ਧਰ ਕੇ ਜੋਧੇ ਮੌਤ ਨਾ ਦੋ ਹੱਥ ਕਰਦੇ। ਰਾਜਗੁਰੂ ਸੁਖਦੇਵ ਭਗਤ ਸਿੰਘ ਦੇਸ਼ ਤੋਂ ਵਾਰਨ ਜਾਣਾ। ਊਧਮ ਸਿੰਘ ਕਰਤਾਰ ਸਰਾਭਾ ਫਾਂਸੀ ਤਖਤ ਤੇ ਖੜਦੇ। ਵਾਹ। ਜਿਹੜੀ ਕਵਿਤਾ ਮੈਂ ਆਪਣੇ ਸ਼ਹੀਦ ਵੀ ਮੈਂ ਕਹਿ ਸਕਦਾ, ਉਹਨੂੰ ਅਣਖੀ ਯੋਧਾ ਵੀ ਕਹਿ ਸਕਦਾ। ਉਹਨੂੰ ਜਿਹੜਾ ਵੀ ਨਾਮ ਇਸ ਤਰ੍ਹਾਂ ਦਿੱਤਾ ਜਾਵੇ ਮੇਰੇ ਹਿਸਾਬ ਦੇ ਨਾਲ ਉਹਦੀ ਛੋਟੀ ਜਿਹੀ ਉਮਰ ਦੇ ਨਾਲ ਉਹਦੇ ਲਈ ਬਹੁਤ ਛੋਟਾ ਨਾਮ ਜੁੜਦਾ ਹੈ। ਜੀ ਜੀ। ਦੀਪ ਸਿੱਧੂ ਡਾਕਟਰ ਸਾਹਿਬ ਕਰੀਏ ਕੱਲ ਤੋਂ ਸ਼ੁਰੂ? ਜੀ ਇਰਸ਼ਾਦ ਜੀ, ਇਰਸ਼ਾਦ। ਹੁੰਦਲ ਸਾਹਿਬ ਕਿੱਦਾਂ? ਠੀਕ ਹੈ ਜੀ, ਕਰੀਏ ਸ਼ੁਰੂ ਕਰਤਾ ਮਹਾਰਾਜ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਦੀਪ ਸਿੱਧੂ ਬਣ ਦੀਪਕ ਸਾਰਾ ਜੱਗ ਰਚਨਾ ਰਿਹਾ, ਸਾਰਾ ਜੱਗ ਰਚਨਾਉਂਦਾ ਰਿਹਾ। ਫਤਿਹ ਮੋਰਚਾ ਕਰਨ ਲਈ ਬਣਦਾ ਹਿੱਸਾ ਪਾਉਂਦਾ ਰਿਹਾ। ਵਾਹ। ਭਈ ਕੌਮ ਨੂੰ ਸੇਧਾਂ ਦੇ ਕੇ ਸਿੱਧੇ ਰਸਤੇ ਪਾਇਆ ਸੀ। ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਕਿਆ ਬਾਤ ਹੈ। ਵਾਹ ਜੀ ਵਾਹ। ਮਾਂ ਪਿਓ ਦਾ ਬੁਝਿਆ ਦੀਪ ਹਜ਼ਾਰਾਂ ਦੀਪ ਜਗਾਏਗਾ। ਮਾਂ ਪਿਓ ਦਾ ਬੁਝਿਆ ਦੀਪ ਹਜ਼ਾਰਾਂ ਦੀਪ ਜਗਾਏਗਾ। ਉਹ ਧਰੂ ਤਾਰੇ ਦੇ ਵਾਂਗਰ ਅੰਬਰ ਤੇ ਰੁਸ਼ਨਾਏਗਾ। ਵਾਹ। ਜੋਬਨ ਰੁੱਤੇ ਮੁਰਿਆ ਉਹ ਫੁੱਲ ਦੀ ਉਮਰ ਹੰਢਾ ਗਿਆ ਸੀ। ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾ ਗਿਆ ਸੀ। ਕਿਆ ਬਾਤ। ਵਾਹ ਜੀ ਵਾਹ। ਕਿਸਾਨ ਅੰਦੋਲਨ ਵਿੱਚ ਵੀ ਕੋਰਾ ਰੋਲ ਨਿਭਾਇਆ ਸੀ। ਦਿੱਲੀ ਲਾਲ ਕਿਲੇ ਤੇ ਕੇਸਰੀ ਰੰਗ ਲਹਿਰਾਇਆ ਸੀ। 26 ਜਨਵਰੀ ਵਾਲੇ ਦਿਨ ਇਤਿਹਾਸ ਰਚਾਇਆ ਸੀ। ਇਹ ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਕਿਆ ਬਾਤ। ਵਾਹ ਜੀ ਵਾਹ। ਬੋਲਦਾ ਨਾਲ ਠਰਮੇ ਦਿਲਾਂ ਨੂੰ ਜਿੱਤਣ ਜਾਣਦਾ ਉਹ। ਬੋਲਦਾ ਨਾਲ ਠਰਮੇ ਦਿਲਾਂ ਨੂੰ ਜਿੱਤਣ ਜਾਣਦਾ ਉਹ। ਹਰ ਵਿਪਤਾ ਦੇ ਮੂਹਰੇ ਆਪਣਾ ਸੀਨਾ ਤਾਣਦਾ ਉਹ। ਜੇਲ੍ਹ ਅੰਦਰ ਬੰਦ ਹੋ ਕੇ ਭੋਰਾ ਨਾ ਪਛਤਾਇਆ ਸੀ। ਉਹ ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਅੱਗੇ ਅਰਜ਼ ਕੀਤਾ ਆਪਣੇ ਡਾਕਟਰ ਸਾਹਿਬ ਜੀ, ਇਰਸ਼ਾਦ ਜੀ। ਪੜ੍ਹਨ ਲਿਖਣ ਦੇ ਪਿੜ ਵਿੱਚ ਵੀ ਤੂੰ ਮੱਲਾ ਮਾਰ ਗਿਆ। ਪੜ੍ਹਨ ਲਿਖਣ ਦੇ ਪਿੜ ਵਿੱਚ ਵੀ ਤੂੰ ਮੱਲਾ ਮਾਰ ਗਿਆ। ਪਾਸ ਵਕਾਲਤ ਕਰਕੇ ਆਪਣਾ ਭਵਿੱਖ ਸੁਧਾਰ ਲਿਆ। ਸਿਰੇ ਚਾੜਿਆ ਹਰ ਕੰਮ ਜਿਹਨੂੰ ਵੀ ਹੱਥ ਪਾਇਆ ਸੀ। ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਭਈ ਰਮਤਾ ਜੋਗੀ ਵਰਗੀਆਂ ਫਿਲਮਾਂ ਵਿੱਚ ਕੰਮ ਕਰਦਾ ਸੀ। ਅਦਾਕਾਰੀ ਦਾ ਖੇਤਰ ਕਲਾ ਦਾ ਪਾਣੀ ਭਰਦਾ ਸੀ। 10 ਨੰਬਰੀਆ ਜੋਰਾ ਵਰਗਾ ਰੋਲ ਨਿਭਾਇਆ ਸੀ।
ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਵਾਹ ਜੀ ਵਾਹ। ਭਾਈ ਵਾਰਿਸ ਪੰਜਾਬ ਦੇ ਜਿਹੜੀ ਉਹ ਆਪਣੀ ਪਾਰਟੀ ਛੱਡ ਕੇ ਗਿਆ ਸਾਡੇ ਲਈ, ਸਾਡੇ ਤੇ ਇੱਕ ਉਹ ਅਹਿਸਾਨ ਕਰ ਗਿਆ ਵੀ ਅਸੀਂ ਵਾਰਿਸ ਪੰਜਾਬ ਦੇ ਕਿਵੇਂ ਬਣਨਾ ਤੇ ਕਿਉਂ ਬਣਨਾ। ਵਾਕਈ ਵਾਰਿਸ ਪੰਜਾਬ ਦੇ ਬਣ ਕੇ ਸੋਚ ਤੇ ਪਹਿਰਾ ਦੇਣਾ ਪਊ। ਪੰਜਾਬੀ ਤੇ ਸਿੱਖੀ ਦਾ ਤਾਈਓ ਜਗ ਤੇ ਨਾਮ ਰਹੂ। ਵਾਹ ਬਈ ਕਰ ਤਕਰੀਰਾਂ ਗੈਰਾਂ ਨੂੰ ਤੈਂ ਮਿੱਤ ਬਣਾਇਆ ਸੀ, ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਧੜਕ ਸੋਚ ਦਾ ਮਾਲਕ ਤੇ ਬੇਬਾਕ ਬੁਲਾਰਾ ਸੀ। ਅਖੀਰਲਾ ਬੰਦਿਆ ਜੀ ਹੁੰਦਾ ਸਾਹਿਬ ਸੁਣ ਕੇ ਜੀ, ਧੜਕ ਸੋਚ ਦਾ ਮਾਲਕ ਬੇਬਾਕ ਬੁਲਾਰਾ ਸੀ ਜੀ। ਉਹ ਪਲਾਂ ਚ ਵਾਦ ਵਿਵਾਦਾਂ ਦਾ ਕਰਦਾ ਨਿਪਟਾਰਾ ਸੀ। ਨਛੱਤਰ ਭੋਗਲ ਵਰਗਿਆਂ ਦਾ ਹੀਰੋ ਕਹਿਲਾਇਆ ਸੀ। ਤੇ ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਸੰਤ ਸਿਪਾਹੀ ਦੇ ਕਦਮਾਂ ਨਾਲ ਕਦਮ ਮਿਲਾਇਆ ਸੀ। ਸਰਬਜੀਤ ਸਿੰਘ, ਥੈਂਕ ਯੂ ਬਈ। ਤੁਹਾਡਾ ਮੈਂ ਉਹਨਾਂ ਭਰਾਵਾਂ ਦਾ ਬੜਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਬੜਾ ਧੰਨਵਾਦ। ਥੈਂਕ ਯੂ ਭਾਜੀ। ਨਸਤਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲ ਕਰਕੇ ਗਏ ਔਰ ਕਿੰਨੀ ਵਧੀਆ ਰੁਪਿੰਦਰ ਭਾਜੀ ਦੇਖੋ ਇਹਨਾਂ ਨੇ ਕਿੰਨੀ ਵਧੀਆ ਗੱਲ ਲਿਖੀ ਹੈ ਕਿ ਇਸ ਤਰ੍ਹਾਂ ਦੇ ਜੋ ਯੋਧੇ ਸੀਗੇ ਜੋ ਸ਼ਹੀਦ ਹੋਏ ਆ ਸਾਡੇ ਕੌਮ ਲਈ, ਜਿਨ੍ਹਾਂ ਨੇ ਆਪਾਂ ਜੇ ਗੱਲ ਕਰੀਏ ਸੰਤ ਭਿੰਡਰਾਂਵਾਲਿਆਂ ਦੇ ਸੋਚ ਨੂੰ ਪਹਿਰਾ ਦੇ ਕੇ ਚੱਲੇ, ਉਹਨਾਂ ਦੀ ਸੋਚ ਉਹਦੇ ਵਿੱਚ ਨਜ਼ਰ ਆਉਂਦੀ ਸੀਗੀ ਔਰ ਇਹਨਾਂ ਨੇ ਕਿੰਨੀ ਖੂਬਸੂਰਤੀ ਨਾਲ ਉਹਨਾਂ ਲਾਈਨਾਂ ਨੂੰ ਜੋੜ ਕੇ ਆਪਣੀ ਜੋ ਰਚਨਾ ਲਿਖੀ ਹੈ। ਬਾਕੀ ਇਹ ਬਾਕਮਾਲ। ਨਛੱਤਰ ਭਾਜੀ ਤੁਹਾਨੂੰ ਸਲਾਮ ਹੈ, ਇੰਨਾ ਵਧੀਆ ਤੁਸੀਂ ਲਿਖਦੇ ਹੋ। ਸੋ ਜਿਉਂਦੇ ਵਸਦੇ ਰਹੋ ਤੇ ਇਸ ਤਰ੍ਹਾਂ ਹੀ ਪ੍ਰੋਗਰਾਮ ਵਿੱਚ ਆਪਣਾ ਆਸ਼ੀਰਵਾਦ ਦਿੰਦੇ ਰਿਹਾ ਕਰੋ। ਥੈਂਕ ਯੂ ਜੀ, ਥੈਂਕ ਯੂ। ਰੁਪਿੰਦਰ ਭਾਜੀ ਤੁਸੀਂ ਦੇਖ ਲਿਆ ਕਿੰਨੇ ਵਧੀਆ ਸ਼ਾਇਰ ਨੇ ਵੀ ਔਰ ਕਿੰਨੀ ਵਧੀਆ ਤਰੀਕੇ ਨਾਲ ਇਹ ਗੱਲ ਕਰਕੇ ਗਏ ਨੇ। ਇਹਨਾਂ ਨੇ ਗੱਲ ਪਹਿਲਾਂ ਗੁਰੂਆਂ ਦੀ ਕੀਤੀ, ਫਿਰ ਉਸ ਤੋਂ ਬਾਅਦ ਯੋਧਿਆਂ ਦੀ ਕੀਤੀ, ਕਿਸ ਤਰ੍ਹਾਂ ਸ਼ਹੀਦ ਹੋਏ ਉਹਨਾਂ ਦੀ ਗੱਲ ਕੀਤੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ? ਬਿਲਕੁਲ ਜੀ, ਨਛੱਤਰ ਭੋਗਲ ਜੀ ਦੇ ਨਾਲ ਬਹੁਤ ਵਾਰੀ ਜਿਹੜਾ ਕਾਵਿ ਮੰਚ ਜਿਹੜੇ ਹੈਗੇ ਆ ਜਿੱਦਾਂ ਆਨਲਾਈਨ ਅਸੀਂ ਕਰਦੇ ਹਾਂ ਉਹਦਾ ਦੇ ਨਾਲ ਸਾਂਝ ਪਾਉਣ ਦੀ ਜਿਹੜੀ ਆ ਬੜੀ ਵਾਰੀ ਮੌਕਾ ਮਿਲਿਆ ਔਰ ਬਹੁਤ ਵਧੀਆ ਲਿਖਦੇ ਨੇ ਔਰ ਬਹੁਤ ਹੈਗਾ ਨਾ ਹਰ ਇੱਕ ਵਿਸ਼ੇ ਨੂੰ ਬਹੁਤ ਵਧੀਆ ਢੰਗ ਨਾਲ ਚੁਣ ਕੇ ਉਹਨਾਂ ਦੇ ਉੱਤੇ ਆਪਣੀ ਗੱਲ ਰੱਖਦੇ ਨੇ। ਔਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਵਾਰੀ ਇਹਨਾਂ ਦੇ ਨਾਲ ਜਿਹੜਾ ਹੈਗਾ ਕਾਵਿ ਮੰਚ ਜਿਹੜੇ ਅਸੀਂ ਸਾਂਝੇ ਕੀਤੇ ਆ ਔਰ ਬਹੁਤ ਚੰਗੇ ਲੇਖਕ ਦੇ ਨਾਲ ਬਹੁਤ ਚੰਗੇ ਇਨਸਾਨ ਵੀ ਹਨ, ਹਨਾ ਜੀ। ਵਾਕਈ ਰੁਪਿੰਦਰ ਭਾਜੀ ਆਪਾਂ ਨੂੰ ਜਿਸ ਤਰ੍ਹਾਂ ਬਿੰਦਰ ਭਾਈ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਦੁਬਾਰਾ ਕਾਲ ਕਰਦਾ, ਉਹਨਾਂ ਦੀ ਕਾਲ ਆ ਗਈ ਹੈ। ਸੋ ਆਪਾਂ ਉਹ ਕਾਲ ਲੈ ਲਈ, ਉਸ ਤੋਂ ਬਾਅਦ ਤੁਹਾਡੇ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ। ਹਾਂਜੀ ਬਿੰਦਰ ਭਾਜੀ ਤੁਹਾਡਾ ਜੀ ਆਇਆਂ ਨੂੰ ਇੱਕ ਵਾਰ ਫੇਰ ਜੀ। ਵਾਹ ਜੀ ਵਾਹ ਪ੍ਰੋਗਰਾਮ ਵਿੱਚ। ਹਾਂਜੀ ਸ਼ੁਕਰੀਆ ਡਾਕਟਰ ਸਾਹਿਬ। ਮੈਂ ਤੁਹਾਨੂੰ ਤੇ ਰੁਪਿੰਦਰ ਹੋਣਾ ਨੂੰ ਮੁਬਾਰਕਾਂ ਦਿੰਦੇ ਹੋਏ ਇਸ ਪ੍ਰੋਗਰਾਮ ਦੀਆਂ ਇੱਕ ਆਪਣੀ ਰਚਨਾ ਸ਼ੇਅਰ ਕਰਦਾ ਜੀ। ਇਰਸ਼ਾਦ ਜੀ। ਯਾਰਾ ਵੇ ਯਾਰਾ ਜੀਣ ਦਾ ਸਹਾਰਾ ਤੂੰ ਲਿਆ ਕਾਤੋਂ ਸਾਥੋਂ ਮੁਖ ਮੋੜ, ਤੇਰੇ ਨਾਲ ਸਾਨੂੰ ਸਦਾ ਨੇ ਬਹਾਰਾਂ, ਤੇਰੇ ਬਿਨਾਂ ਲੱਗੀ ਰਹਿੰਦੀ ਓੜ। ਯਾਰਾ ਵੇ ਯਾਰਾ ਜੀਣ ਦਾ ਸਹਾਰਾ ਤੂੰ ਲਿਆ ਕਾਤੋਂ ਸਾਥੋਂ ਮੁਖ ਮੋੜ। ਉੱਚਿਆਂ ਦੇ ਨਾਲ ਤੇਰੀ ਸਾਂਝ ਕੀ ਪੈ ਗਈ, ਨੈਣਾ ਵਿੱਚ ਮੈਂ ਤਾਂ ਹੰਝੂ ਲੈ ਕੇ ਬਹਿ ਗਈ। ਲੱਗੀ ਰਹਿੰਦੀ ਸਾਨੂੰ ਹਰ ਪਲ ਤੇਰੀ ਤੋੜ। ਯਾਰਾ ਵੇ ਯਾਰਾ ਜੀਣ ਦਾ ਸਹਾਰਾ ਤੂੰ ਲਿਆ ਕਾਤੋਂ ਸਾਥੋਂ ਮੁਖ ਮੋੜ। ਮਹਿਲਾਂ ਦੀ ਚਾਨਣੀ ਕਿਵੇਂ ਰਾਸ ਤੈਨੂੰ ਆ ਗਈ, ਜਿੰਦ ਨਮਾਣੀ ਮੇਰੀ ਚੋਰਾ ਤੇਰਾ ਖਾ ਗਈ। ਸਾਨੂੰ ਤਾਂ ਹਨੇਰਿਆਂ ਚ ਤੇਰੀ ਲੋੜ। ਯਾਰਾ ਵੇ
ਜੀਣ ਦਾ ਸਹਾਰਾ ਤੂੰ, ਲਿਆ ਕਾਤੋਂ ਸਾਥੋਂ ਮੁਖ ਮੋੜ। ਸੱਚੀਆਂ ਮੁਹੱਬਤਾਂ ਯਾਰਾ ਕਿੱਥੇ ਰਹਿ ਗਈਆਂ, ਕਮਲੀ ਨੂੰ ਤੇਰੀਆਂ ਯਾਦਾਂ ਲੈ ਕੇ ਬਹਿ ਗਈਆਂ। ਲੱਗੀ ਰਹਿੰਦੀ ਤੈਨੂੰ ਪੈਸਿਆਂ ਦੀ ਦੌੜ, ਯਾਰਾ ਵੇ ਯਾਰਾ ਜੀਣ ਦਾ ਸਹਾਰਾ ਤੂੰ, ਕਿਆ ਬਾਤ, ਲਿਆ ਕਾਤੋਂ ਸਾਥੋਂ ਮੁਖ ਮੋੜ। ਸੁਰਮੀ ਦੀ ਲੱਪ ਹੁਣ ਨੈਣੋ ਤਿਪ ਤਿਪ ਚੋ ਗਈ, ਬਿੰਦਰ ਜੁਦਾਈ ਵਿੱਚ ਝੱਲੀ ਜਿਹੀ ਹੋ ਗਈ। ਸੁਰਮੀ ਦੀ ਲੱਪ ਹੁਣ ਤਿਪ ਤਿਪ ਚੋ ਗਈ, ਬਿੰਦਰ ਜੁਦਾਈ ਵਿੱਚ ਝੱਲੀ ਜਿਹੀ ਹੋ ਗਈ। ਹਾੜਾ ਵਾਸਤਾ ਖੁਦਾ ਦਾ ਤੈਨੂੰ ਮੋੜ, ਵਾਸਤਾ ਖੁਦਾ ਦਾ ਤੈਨੂੰ ਛੇਤੀ ਮੋੜ। ਯਾਰਾ ਵੇ ਯਾਰਾ ਜੀਣ ਦਾ ਸਹਾਰਾ ਤੂੰ, ਲਿਆ ਕਾਤੋਂ ਸਾਥੋਂ ਮੁਖ ਮੋੜ। ਹੈ ਯਾਰਾ ਲਿਆ ਕਾਤੋਂ ਸਾਥੋਂ। ਵਾਹ ਜੀ ਜੀ ਵਾਹ, ਵਾਕਈ ਹੀ ਬਹੁਤ ਬਾਕਮਾਲ ਭਾਜੀ ਤੁਸੀਂ ਲਿਖਿਆ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਐਸੇ ਸ਼ਾਇਰ ਬਹੁਤ ਹੀ ਘੱਟ ਨੇ ਜੋ ਇੰਨਾ ਵਧੀਆ ਔਰ ਕਿੰਨੀ ਖੂਬਸੂਰਤੀ ਨਾਲ ਗੱਲ ਨੂੰ ਲਿਖਦੇ ਨੇ ਕਿ ਉਹਨਾਂ ਦੀ ਜਿਹੜੀ ਕਲਮ ਹੈ ਇੱਕ ਇੱਕ ਅੱਖਰ ਜੋ ਹੈ ਮੋਤੀ ਵਾਂਗਰ ਪਰੋ ਕੇ ਲਿਖਦੇ ਨੇ। ਵਾਕਈ ਤੁਹਾਡੀ ਕਲਮ ਨੂੰ ਵੀ ਸਲਾਮ ਰਵਿੰਦਰ ਭਾਜੀ। ਜੀ ਵਿੰਦਰ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਵਿੱਚ ਆਏ ਔਰ ਵਧੀਆ ਤਰੀਕੇ ਨਾਲ ਅੱਜ ਆਪਣੀ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਵਿੱਚ। ਇੱਕ ਵਾਰੀ ਫਿਰ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਰੁਪਿੰਦਰ ਭਾਜੀ, ਤੁਹਾਡੇ ਨਾਲ ਗੱਲ ਕਰਦੇ ਆ। ਦੇਖੋ ਦੁਬਾਰਾ ਜਿਸ ਤਰ੍ਹਾਂ ਮੈंने ਜ਼ਿਕਰ ਕੀਤਾ ਸੀ ਕਿ ਮੈਂ ਜ਼ਰੂਰ ਆਊਂਗਾ ਔਰ ਆਪਣੇ ਵਾਅਦੇ ਤੇ ਪੱਕੇ ਰਿਹਾ, ਸਾਡੇ ਨਾਲ ਗੱਲ ਵੀ ਕਰਕੇ ਗਏ ਆ ਔਰ ਕਿੰਨੇ ਤਰਨੁਮ ਵਿੱਚ ਉਸ ਗੀਤ ਨੂੰ ਗਾ ਕੇ ਗਏ ਨੇ। ਹੁਣ ਜਦੋਂ ਇੱਕ ਤਰਨੁਮ ਚ ਗਾ ਰਹੇ ਸੀ ਮੇਰੇ ਜ਼ਿਹਨ ਵਿੱਚ ਗੱਲ ਆ ਰਹੀ ਸੀ ਉਸ ਵੇਲੇ ਕਿ ਰੁਪਿੰਦਰ ਹੁੰਦਲ ਵੀ ਇੱਕ ਬਹੁਤ ਹੀ ਵਧੀਆ ਗਾਇਕ ਨੇ ਔਰ ਬਹੁਤ ਵਧੀਆ ਆਵਾਜ਼ ਹੈ ਉਹਨਾਂ ਦੀ ਔਰ ਵਧੀਆ ਤਰੀਕੇ ਨਾਲ ਉਹ ਵੀ ਤਰਨੁਮ ਚ ਕਈ ਕੁਝ ਗਾਉਂਦੇ ਨੇ। ਸੋ ਆਪਾਂ ਗੱਲ ਕੀਤੀ ਅੱਜ ਹਰ ਮੁੱਦੇ ਤੇ ਪਿਆਰ ਦੀ। ਆਪਾਂ ਜੇ ਆਪਾਂ ਪਿਆਰ ਨੂੰ ਲੈ ਕੇ ਚੱਲੀਏ ਉਹਦੀ ਗੱਲ ਕਰਦੇ ਹਾਂ। ਸੋ ਤੁਸੀਂ ਅੱਜ ਸਾਨੂੰ ਪਿਆਰ ਦੇ ਕਿਹੜੇ ਬੋਲ ਆਪਣੀ ਆਵਾਜ਼ ਰਾਹੀਂ ਤਰਨੁਮ ਚ ਗਾ ਕੇ ਸੁਣਾਓ। ਬਿਲਕੁਲ ਜੀ ਭਾਜੀ, ਵੈਸੇ ਮੈਂ ਗਾਇਕ ਤਾਂ ਨਹੀਂ ਵਧੀਆ ਕਿਉਂਕਿ ਆਲਰੇਡੀ ਪੰਜਾਬ ਦੇ ਵਿੱਚ ਗਾਇਕ ਉਦਾਂ ਹੀ ਆਲਰੇਡੀ ਬਹੁਤ ਹੈ। ਤੁਸੀਂ ਮੈਨੂੰ ਗਾਇਕ ਨਾ ਬਣਾਓ ਪਰ ਮੈਂ ਕੋਸ਼ਿਸ਼ ਕਰੂੰਗਾ ਤਰਨਮ ਦੇ ਵਿੱਚ ਗਾ ਕੇ ਸੁਣਾਉਣ ਦੀ। ਪਰ ਮੈਂ ਪਹਿਲਾਂ ਹੀ ਦੱਸ ਦਿੰਦਾ ਮੇਰੀ ਆਵਾਜ਼ ਵਧੀਆ ਨਹੀਂ, ਤੁਸੀਂ ਬਿਆਨ। ਹਾਂਜੀ ਆ ਜਾਓ ਆ ਜਾਓ। ਮੇਰੀ ਰਚਨਾ ਹੈ। ਆਪਣਾ ਚਾਨਣ ਵਾਰ ਦਿੱਤਾ ਮੈਂ ਤੇਰੇ ਹਨੇਰੇ ਲਈ, ਕਰ ਦਿੱਤਾ ਕੁਰਬਾਨ ਮੈਂ ਸਜਣਾ ਸਭ ਕੁਝ ਤੇਰੇ ਲਈ। ਆਪਣਾ ਚਾਨਣ ਵਾਰ ਦਿੱਤਾ ਮੈਂ ਤੇਰੇ ਹਨੇਰੇ ਲਈ, ਕਰ ਦਿੱਤਾ ਕੁਰਬਾਨ ਮੈਂ ਸੱਜਣਾ ਸਭ ਕੁਝ ਤੇਰੇ ਲਈ। ਇੱਕ ਸ਼ਿਕਵਾ ਜੋ ਸਾਂਝਾ ਦਿਲ ਨੇ ਕੀਤਾ ਕਦੇ ਨਹੀਂ, ਇੱਕ ਅਹਿਸਾਨ ਕਹਿਣਾ ਵੀ ਜੇ ਤੂੰ ਕੀਤਾ ਮੇਰੇ ਲਈ। ਆਪਣਾ ਚਾਨਣ ਵਾਰ ਦਿੱਤਾ ਮੈਂ ਤੇਰੇ ਹਨੇਰੇ ਲਈ, ਕਰ ਦਿੱਤਾ ਕੁਰਬਾਨ ਮੈਂ ਸੱਜਣਾ ਸਭ ਕੁਝ ਤੇਰੇ ਲਈ। ਆਪਣੇ ਹਾਸੇ ਤੇਰੇ ਲਈ ਕੁਰਬਾਨ ਕਰ ਗਈ ਮੈਂ, ਤੈਨੂੰ ਹੱਸਦਾ ਵੇਖਣ ਲਈ ਦੁੱਖ ਕਈ ਜਰ ਗਈ ਮੈਂ। ਆਪਣੇ ਹਾਸੇ ਤੇਰੇ ਲਈ ਕੁਰਬਾਨ ਕਰ ਗਈ ਮੈਂ, ਤੈਨੂੰ ਹੱਸਦਾ ਵੇਖਣ ਲਈ ਦੁੱਖ ਕਈ ਜਰ ਗਈ ਮੈਂ। ਪਰ ਬੇਕਦਰਾ ਫਿਰ ਵੀ ਮੇਰੀ ਕਦਰ ਨਾ ਜਾਣੀ ਤੂੰ, ਦੋ ਲਫ਼ਜ਼ ਤਾਂ ਕਹਿ ਦਿੰਦਾ ਕਦੇ ਮੇਰੇ ਜੇਰੇ ਲਈ। ਆਪਣਾ ਚਾਨਣ ਵਾਰ ਦਿੱਤਾ ਮੈਂ ਤੇਰੇ ਹਨੇਰੇ ਲਈ, ਕਰ ਦਿੱਤਾ ਕੁਰਬਾਨ ਮੈਂ ਸੱਜਣਾ ਸਭ ਕੁਝ ਤੇਰੇ ਲਈ। ਰੌਲੀ ਵਾੜਿਆ ਇੱਕ ਦਿਨ ਨੂੰ
ਪਛਤਾਵੇਂਗਾ ਵੇਖੀ, ਉਨੀ ਰਾਵੀ ਤੂੰ ਫੇਰ ਦੁਬਾਰਾ ਜਾਵੇਂਗਾ ਵੇਖੀ। ਟਰਾਲੀ ਵਾਲਿਆ ਇੱਕ ਦਿਨ ਤੂੰ ਪਛਤਾਵੇਂਗਾ ਵੇਖੀ, ਉਨੀ ਰਾਵੀ ਤੂੰ ਫੇਰ ਦੁਬਾਰਾ ਜਾਵੇਂਗਾ ਵੇਖੀ। ਉਂਗਲਾਂ ਦੇ ਨਾਲ ਮਿੱਟੀ ਤੇ ਕੋਈ ਅਕਸ ਬਣਾਵੇਂਗਾ, ਯਾਦਾਂ ਦੇ ਰੰਗ ਲੱਭੇਂਗਾ ਤੂੰ ਮੇਰੇ ਚਿਹਰੇ ਲਈ। ਆਪਣਾ ਚਾਨਣ ਵਾਰ ਦਿੱਤਾ ਮੈਂ ਤੇਰੇ ਹਨੇਰੇ ਲਈ, ਕਰ ਦਿੱਤਾ ਕੁਰਬਾਨ ਮੈਂ ਸੱਜਣਾ ਸਭ ਕੁਝ ਤੇਰੇ ਲਈ। ਇੱਕ ਸ਼ਿਕਵਾ ਜੋ ਸਾਂਝਾ ਦਿਲ ਨੇ ਕੀਤਾ ਕਦੇ ਨਹੀਂ, ਇੱਕ ਅਹਿਸਾਨ ਗਿਣਾਵੀਂ ਜੇ ਤੂੰ ਕੀਤਾ ਮੇਰੇ ਲਈ, ਇੱਕ ਅਹਿਸਾਨ ਗਿਣਾਵੀਂ ਜੇ ਤੂੰ ਕੀਤਾ ਮੇਰੇ ਲਈ। ਜੀ क्या बात है, वाकई रुपिंदर भाजी कितना वधिया। तुसी भी कहंदे हो मैं गायक नहीं, लेकिन आवाज थोड़ी बड़ी खूबसूरत है, बड़ी ही सुरीली आवाज सी और इन्ने तरीके नाल तुसी गाया भी। और जिस तरह तुसी प्यार दा इजहार कीता, जो शिकवे दी भी गल कीती, वाकई वो भी बहुत वधिया गल तुसी ओदा कीता, उन्होंने जिक्र बहुत वधिया कीता, शिकवा भी कीता और प्यार भी कीता। सो जदों बंदा कहंदे ना प्यार करदा फिर उच शिकवा अपने आप हुंदा भी है। और यही शिकवा मैनू चंद लाइनां याद आ गई सी, कहंदे की पानी ते लिखी सी तकदीर मेरी रब्बा, की पानी ते लिखी सी तकदीर मेरी रब्बा, हर सुपना बह जांदा है मेरे रंग भरन तो पहला। वाकई कई बार जदों आपां प्यार करदे ना, फिर कोई गिले शिकवे जद रह जांदे, फिर रब नूं भी आपां कह दीदा भी रब्बा किहड़ी तकदीर लिखी सी कि साडे जिहड़े हले सुपने पूरे नहीं होए ते ओह बह भी गए। पर ओहदे विच भी देखो, अगर उन्हें रब नाल शिकवा कीता भी है ना, वो इस करके कीता क्योंकि रब नूं प्यार करदा। जे प्यार नहीं तो शिकवा नहीं, ये दोनों चीज़ां इकट्ठियां ही हो सकदियां कि जिसनूं असीं प्यार नहीं कर सकते तो फिर उहदे नाल शिकवा भी नहीं कर सकते। बहुत वधिया भाजी तुसीं कह के गए हो। बिल्कुल, जिथे प्यार आ शिकवे ते जरूर हुंदे ही हुंदे हैं जी। वाकई तुसीं हर मुद्दे ते रुपिंदर हुण तुसीं लिखदे हो, प्यार ते भी तुसीं लिखिया, किसानां नूं लैके भी तुसीं लिखिया, होर तुसीं किहड़े-किहड़े मुद्दे आ जो साडे नाल साझा कर रहे हो, किसी खास जो तुसीं मुद्दे ते साडे नाल गल करना चाहते हो, साडे दर्शकां नाल अपनी जो सोच नूं साझा करना चाहते हो? बिल्कुल जी, मैं वैसे मुद्दे मेरे को बहुत, हर मुद्दे ते मैं लिखिया, किसानी मुद्दे दे उत्ते भी, ਜਿਹੜੇ ਵੀ ਕੋਈ ਨਵੇਂ ਆਪਣੇ ਮੁੱਦੇ ਨੇ, ਸਮਾਜਿਕ ਮੁੱਦੇ ਨੇ, ਮੈਂ ਉਹਨਾਂ ਦੇ ਲਿਖਦਾ ਰਹਿਣਾ ਨਾ। ਹੁਣ ਆਪਾਂ ਗੱਲ ਕਰਦੇ ਆ ਰੁਪਿੰਦਰ ਭਾਜੀ, ਗੱਲ ਕਰਦੇ ਆ ਜੇ ਨਵਾਂ ਜਿਹੜਾ ਹੁਣ ਅੱਜ ਚੱਲ ਰਿਹਾ ਹੈ ਵੋਟਾਂ ਦਾ ਮਸਲਾ, ਵੋਟਾਂ ਤੇ ਵੀ ਜੇ ਤੁਸੀਂ ਕੁਝ ਲਿਖਿਆ ਹੈ, ਚਾਹੇ ਉਹ कह लो एक व्यंग होवे या किस तरह भी तुसीं लिखिया, मैं चाहांगा वो जरूर साडे दर्शकां नाल साझा करो, क्योंकि एक चुनावी माहौल चल रहा और पता नहीं है इंडिया ऊपर थल्ले हो रही है किसकी, किस बहाव नाल किधर नूं जानी है, कुछ नहीं पता। बिल्कुल जी, मैं वो भी जिहड़ा हैगा तुहानूं नाल ही नाल है ना, एक मैं जिहड़ी रचना लिखी सीगी एक दिन पहला ही, थोड़े दिन पहला वोटां दे जदों आ रहीआं सीगीआं, मैनूं पता लग्या 20 तरीक दीआं वोटां वा, तो 1-2 हफ्ते पहला मैं लिखी सी। इजाजत है मैं पेश कर सकता? लिखा सी ना मैं अकाली ते ना मैं कोई होर। हाँ जी, मैं लिखा सी जी, ना मैं अकाली ते ना मैं कोई होर, सीधी गल कहांगा जो होवेगी कठोर। ना मैं अकाली हां ते ना मैं कोई होर, सीधी गल कहांगा जो होवेगी कठोर। हुण असीं गल्लां विच आउणा नहीं हजूर, लिखे कंधां उत्ते वादे सानूं नहीं ने मंजूर। वोट असीं अपनी नहीं पैसे ला के पाउणी, वोट असीं अपनी नहीं पैसे लैके पाउणी, साडे पिंड चाही दी शराब भी नहीं आउणी, साडे पिंड आउण ना ये वोटां वाले चोर। ना मैं अकाली ते ना मैं कोई होर, सीधी गल कहांगा जो होवेगी कठोर। कहंदा है गलियां भी पक्कियां ते नालियां भी पक्कियां, इस वारी मंगां असीं होर ही ने रखियां। गलियां भी पक्कियां ते नालियां भी पक्कियां, इस वारी मंगां असीं होर ही ने रखियां। साडे बच्चियां नूं पहिलां दिओ रुजगार, यही मंगां लैके असीं निकलांगे बाहर। हक असीं लैणे भावें ला लो पूरा जोर, ना मैं अकाली ते ना मैं कोई होर, सीधी गल कहांगा जो होवेगी कठोर। अखीरला जिहड़ा शेर है सरबजीत जी, एकजुट हो जो हुण पिंडां वाले सारे, देखियो कि किद्दां काम जाणगे सवारे। एकजुट हो जो हुण पिंडां वाले सारे, देखियो कि काम किद्दां जाणगे सवारे।
ਸਾਂਝੇ ਕਰ ਲਵੋ ਸਾਰੇ ਗੁਰੂ ਦੇ ਦੁਆਰੇ, ਹੋਵੇ ਪਿੰਡ ਦਾ ਵਿਕਾਸ ਕੋਈ ਜਿੱਤੇ ਭਾਵੇਂ ਹਾਰੇ, ਰੌਲੀ ਵਾਲਿਆ ਨਾ ਹੋਵੇ ਭਾਈਚਾਰਾ ਕਮਜ਼ੋਰ, ਨਾ ਹਾਂ ਮੈਂ ਅਕਾਲੀ ਤੇ ਨਾ ਮੈਂ ਕੋਈ ਹੋਰ, ਸਿੱਧੀ ਗੱਲ ਕਹਾਂਗਾ ਜੋ ਹੋਵੇਗੀ ਕਠੋਰ, ਸਿੱਧੀ ਗੱਲ ਕਹਾਂਗਾ ਜੋ ਹੋਵੇਗੀ ਕਠੋਰ। ਹਾਂਜੀ, क्या बात है, वाह, वाकई वाकई सीधी गल करांगे जो होवेगी कठोर। कितना वधिया तुसी ये लिखिया कि ना मैं अकाली ना मैं कोई होर। ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਮੈਂ ਅਕਾਲੀ ਨਾ ਮੈਂ ਕੋਈ ਹੋਰ, ਮੈਨੂੰ ਚੰਦ ਲਾਈਨਾਂ ਚੇਤੇ ਆ ਗਈਆਂ ਜੋ ਪਿਆਰ ਨੂੰ ਲੈ ਕੇ ਲਿਖਿਆ ਕਿ ਨਾ ਮੈਂ ਹਿੰਦੂ ਨਾ ਮੁਸਲਮਾਨ ਨਾ ਮੈਂ ਸਿੱਖ ਨਾ ਈਸਾਈ, ਨਾ ਮੈਂ ਹਿੰਦੂ ਨਾ ਮੁਸਲਮਾਨ ਨਾ ਮੈਂ ਸਿੱਖ ਨਾ ਈਸਾਈ, ਮੈਂ ਤਾਂ ਇਨਸਾਨ ਹਾਂ ਇਨਸਾਨੀਅਤ ਦਾ ਸ਼ਦਾਈ, ਫਲਕ ਤੋਂ ਰੂਹ ਉਤਰਦੀਆਂ ਨੇ ਰੂਹਾਂ ਸਭ, ਫਲਕ ਤੋਂ ਉਤਰਦੀਆਂ ਨੇ ਰੂਹਾਂ ਸਭ ਦੀਆਂ, ਜਜ਼ਬਾਏ ਫਰਕ ਦਿਲਾਂ ਵਿੱਚ ਆਇਆ ਤਾਂ ਨਫ਼ਰਤਾਂ ਆਈ, ਛੱਡ ਦੋ ਯਾਰੋ ਇਹ ਨਫ਼ਰਤਾਂ ਨੂੰ, ਛੱਡ ਦੋ ਯਾਰੋ ਇਹ ਨਫ਼ਰਤਾਂ ਨੂੰ, ਫਿਰ ਦੇਖਣਾ ਕਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਪਿਆਰ ਦੀ ਲਹਿਰ ਲੌਟ ਆਈ। ਵਾਕਈ ਜਦੋਂ ਆਪਾਂ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਨਾ, ਪਿਆਰ ਦੀ ਗੱਲ ਕਰਦੇ ਹਾਂ, ਫਿਰ ਇਹ ਸਾਨੂੰ ਜਾਤ ਪਾਤ ਤੋਂ ਦੂਰ ਹਟ ਕੇ ਸੋਚਣਾ ਚਾਹੀਦਾ ਹੈ, ਕਿਉਂਕਿ ਜਿਹੜਾ ਸਾਡਾ ਪਿਆਰ ਦਾ ਮਜ਼ਹਬ ਹੈ ਨਾ, ਇਸ ਤੋਂ ਬੜਾ ਮਜ਼ਹਬ ਕੋਈ ਨਹੀਂ। ਔਰ ਸਾਨੂੰ ਸਾਡੇ ਗੁਰੂਆਂ ਨੇ ਵੀ ਇਹੀ ਸਿਖਾਇਆ, ਜੇ ਤਾਂ ਆਪਾਂ ਕਿਸੇ ਵੀ ਗ੍ਰੰਥ ਨੂੰ ਪੜ੍ਹ ਲਈ ਨਾ, ਉਹਦੇ ਵਿੱਚ ਉਹਨਾਂ ਨੇ ਪਿਆਰ ਦਾ ਹੀ ਜ਼ਿਕਰ ਕੀਤਾ ਹੈ, ਨਫ਼ਰਤ ਦਾ ਉਹਦੇ ਵਿੱਚ ਕੋਈ ਕੰਮ ਹੈ ਹੀ। ਰੁਪਿੰਦਰ ਭਾਜੀ, ਹੋਰ ਕਿਹੜੀ ਰਚਨਾ ਨਾਲ ਅੱਜ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲਾਓਗੇ ਤੁਸੀਂ? ਮੈਂ ਜਿੰਨੀ ਵਾਰੀ ਭਾਜੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਨਾ, ਇੱਕ ਰੰਗ ਜਿਹੜਾ ਉਹ ਵੀ ਸਾਡਾ ਸਮਾਜ ਦਾ ਹਿੱਸਾ, ਜਿਹੜਾ ਸਾਨੂੰ ਹੱਸਣਾ ਵੀ ਚਾਹੀਦਾ। ਇੱਕ ਕਮੇਡੀ ਦੀਆਂ ਜਿਹੜੀਆਂ ਮੇਰੇ ਕੋਲ ਕਾਫੀ ਜਿਹੜੀਆਂ ਰਚਨਾਵਾਂ ਮੈਂ ਲਿਖੀਆਂ, ਜਿਹੜਾ ਮੈਨੂੰ ਕਾਫੀ ਲੋਕਾਂ ਨੇ ਸਰਾਹਿਆ ਇਸ ਬਾਰੇ। ਮੈਂ ਅੱਜ ਇੱਕ ਜਿਹੜੀ ਆ ਇੱਕ ਐਸੀ ਰਚਨਾ ਦੇ ਨਾਲ ਮੈਂ ਹਾਜ਼ਰੀ ਲਵਾਉਣ ਜਾ ਰਿਹਾ। ਇਸ ਰਚਨਾ ਦੇ ਮਾਧਿਅਮ ਰਾਹੀਂ ਮੈਂ ਇੱਕ ਐਸੀ ਤਸਵੀਰ ਪੇਸ਼ ਕਰਾਂਗਾ ਜੋ ਇੱਕ ਐਸੇ ਇਨਸਾਨ ਦੀ ਹੈ ਕਿ ਜਿਹੜਾ ਹੁਣ 70-80 ਸਾਲ ਦੀ ਉਮਰ ਦੇ ਵਿੱਚ ਆ ਗਿਆ, ਔਰ ਉਸਨੂੰ ਜਿਹੜਾ ਆਪਣਾ ਪੁਰਾਣਾ ਵਕਤ ਚੇਤੇ ਆ ਰਿਹਾ, ਉਹ ਕਿਸ ਤਰ੍ਹਾਂ ਜਿਹੜਾ ਸਾਰਾ ਕੁਝ ਬਿਆਨ ਕਰ ਰਿਹਾ। ਧਿਆਨ ਦੇਣਾ। ਦੂਰਬੀਨ ਜਿਹੀਆਂ ਅੱਖਾਂ ਸਨ, ਹਾਂਜੀ ਲਿਖਿਆ, ਦੂਰਬੀਨ ਜਿਹੀਆਂ ਅੱਖਾਂ ਸਨ ਤੇ ਦੰਦ ਸਨ ਦਾਤਰੀ ਵਰਗੇ, ਦੂਰਬੀਨ ਜਿਹੀਆਂ ਅੱਖਾਂ ਸਨ ਤੇ ਦੰਦ ਦਾਤਰੀ ਵਰਗੇ, ਚੜੀ ਜਵਾਨੀ ਦੇ ਵਿੱਚ ਜਿਹੜੇ, ਢਲੀ ਜਵਾਨੀ ਦੇ ਵਿੱਚ ਜਿਹੜੇ ਹੱਥ ਖੜੇ ਜੇ ਕਰ ਗਏ। ਦੂਰਬੀਨ ਜਿਹੀਆਂ ਅੱਖਾਂ ਸਨ ਤੇ ਦੰਦ ਸਨ ਦਾਤਰੀ ਵਰਗੇ, ਢਲੀ ਜਵਾਨੀ ਦੇ ਵਿੱਚ ਜਿਹੜੇ ਹੱਥ ਖੜੇ ਜੇ ਕਰ ਗਏ। ਅੱਜ ਕੱਲ ਉਬਲੇ ਆਲੂ ਨੂੰ ਵੀ ਬੜਾ ਚਬਾਉਣਾ ਔਖਾ, ਲੋੜ ਪੈਣ ਤੇ ਸੁਣਿਆ ਸੀ ਹਥਿਆਰ ਦੇ ਜਾਂਦੇ ਧੋਖਾ। ਬੱਤੀਆਂ ਦੰਦਾਂ ਵਿੱਚੋਂ ਹੁਣ ਤਾਂ 5-7 ਬਾਕੀ ਰਹਿ ਗਏ, ਮੁਰਗ ਮੁਸੱਲਮ ਖਾਣ ਦੇ ਚਾਅ ਤਾਂ ਕਦ ਦੇ ਦਿਲ ਚੋਂ ਲੈ ਗਏ। ਕੰਨਾਂ ਦੀ ਕੀ ਗੱਲ ਸੁਣਾਵਾਂ ਸੀ ਬੜੇ ਸਪੀਕਰ ਵੱਡੇ, ਕੰਨਾਂ ਦੀ ਕੀ ਗੱਲ ਸੁਣਾਵਾਂ ਸੀ ਬੜੇ ਸਪੀਕਰ ਵੱਡੇ, ਅਕਸਰ ਲੋਕਾਂ ਦੀਆਂ ਕੰਧਾਂ ਨਾਲ ਰਹਿੰਦੇ ਸੀ ਇਹ ਲੱਗੇ। ਪਰ ਹੁਣ ਹਾਲਤ ਐਸੀ ਹੋ ਗਈ, ਸੁਣਦਾ ਕਾਫੀ ਉੱਚਾ, ਸਿਰ ਹਿਲਾਉਣਾ ਪੈਂਦਾ ਤਾਂ ਵੀ ਭਾਵੇਂ ਆਖੇ ਕੋਈ ਲੁੱਚਾ। ਵਾਲ ਮੇਰੇ ਸਨ ਹੁੰਦੇ ਜਿੱਦਾਂ ਸੌਣ ਦੇ ਬੱਦਲ ਕਾਲੇ, ਹੁਣ ਨਹੀਂ ਚੜ੍ਹਦਾ ਰੰਗ ਇਹਨਾਂ ਤੇ ਚਿੱਟੇ ਹੋ ਗਏ ਬਾਹਲੇ। ਵਾਲ ਮੇਰੇ ਸਨ ਹੁੰਦੇ ਜਿੱਦਾਂ ਸੌਣ ਦੇ ਬੱਦਲ ਕਾਲੇ, ਹੁਣ ਨਹੀਂ ਚੜ੍ਹਦਾ ਰੰਗ ਇਹਨਾਂ ਤੇ ਚਿੱਟੇ ਹੋ ਗਏ ਬਾਹਲੇ। ਰੰਗ ਲਗਾ ਕੇ ਵੇਖੇ ਕਾਫੀ ਹੋਈਆਂ ਨਾ ਰੁਸ਼ਨਾਈਆਂ, ਭਰੀ ਜਵਾਨੀ ਵਾਲੀਆਂ ਜ਼ੁਲਫਾਂ ਜਾਂਦੀਆਂ ਨਹੀਂ ਭੁਲਾਈਆਂ। ਅਖੀਰਲਾ ਸ਼ੇਰ ਹੈ ਵੀਰ ਜੀ। ਬੀਤ ਗਈ ਉਹ ਰੁੱਤ ਰੰਗੀਲੀ ਨਾ ਫਿਰ ਮੁੜ ਕੇ ਆਈ, ਰੌਲੀ ਵਾਲੇ ਨੇ ਬੜੀ ਕੀਤੀ ਵਕਤ ਦੇ ਨਾਲ ਲੜਾਈ। ਬੀਤ ਗਈ ਉਹ ਰੁੱਤ ਰੰਗੀਲੀ ਨਾ ਫਿਰ ਮੁੜ ਕੇ ਆਈ, ਰੌਲੀ ਵਾਲੇ ਨੇ ਬੜੀ ਕੀਤੀ ਵਕਤ ਦੇ ਨਾਲ ਲੜਾਈ। ਚੇਤੇ ਕਰਕੇ ਵਕਤ ਪੁਰਾਣਾ ਅੱਖੀਓਂ ਅਥਰੂ ਵਹਿ ਗਏ, ਰਿੱਕੀ ਹੁੰਦੜਾ ਦਿਨੋਂ ਪਿਆਰੇ ਯਾਦਾਂ ਬਣ ਕੇ ਰਹਿ ਗਏ। ਰਿੱਕੀ ਹੁੰਦੜਾ ਦਿਨੋਂ ਪਿਆਰੇ ਯਾਦਾਂ ਬਣ ਕੇ ਰਹਿ ਗਏ। ਹਾਂਜੀ, ਕਿਆ ਬਾਤ ਹੈ, ਵਾਹ। ਵਾਕਈ ਜਿਹੜੀ ਤੁਸੀਂ ਗੱਲ ਕੀਤੀ ਸਮਾਜ ਦੀ, ਇਸ ਤਰ੍ਹਾਂ ਦੀ ਰਚਨਾ ਵੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਰਚਨਾ ਨੂੰ ਸਾਡੇ ਨਾਲ ਸਾਂਝਾ ਕੀਤਾ। ਵਾਕਈ ਰੁਪਿੰਦਰ ਹੁੰਦਰ, ਜਦੋਂ ਕੋਈ ਬੰਦਾ ਟੁੱਟਦਾ ਹੈ ਨਾ, ਜਾਂ ਕਿਸੇ ਦਾ ਦਿਲ ਟੁੱਟਦਾ, ਫਿਰ ਉਹ ਕਹਿੰਦੇ ਨਾ ਵੀ ਉਹ ਬੰਦਾ ਫਿਰ ਬਹੁਤ ਮੁਸ਼ਕਿਲ ਨਾਲ ਸੰਭਲਦਾ ਉਸ ਚੀਜ਼ ਨੂੰ, ਉਸ ਚੀਜ਼ ਤੋਂ ਬਹੁਤ ਮੁਸ਼ਕਿਲ ਨਾਲ ਬਾਹਰ ਨਿਕਲਦਾ। ਚੰਦ ਲਾਈਨਾਂ ਮੈਨੂੰ ਯਾਦ ਆ ਗਈ, ਕਹਿੰਦੇ ਨੇ ਨਾ ਕਿ ਟੁੱਟ ਕੇ ਵਿਖਰੇ ਹੋਏ ਦੀ ਕਹਾਣੀ ਵੀ ਅਜੀਬ ਹੁੰਦੀ ਹੈ। ਟੁੱਟ ਕੇ ਵਿਖਰੇ ਹੋਏ ਦੀ ਕਹਾਣੀ ਵੀ ਅਜੀਬ ਹੈ, ਸ਼ੀਸ਼ਾ ਹੋਵੇ ਤਾਂ ਜੁੜਦਾ ਨਹੀਂ। ਜੇ ਸ਼ੀਸ਼ਾ ਟੁੱਟ ਜਾਏ ਨਾ, ਜੁੜਦਾ ਨਹੀਂ ਹੁੰਦਾ। ਸ਼ੀਸ਼ਾ ਹੋਵੇ ਤਾਂ ਜੁੜਦਾ ਨਹੀਂ, ਇਨਸਾਨ ਹੋਵੇ ਤਾਂ ਪੱਥਰ ਬਣ ਜਾਂਦਾ ਹੈ।
ਜਦੋਂ ਇਨਸਾਨ ਫਿਰ ਟੁੱਟਦਾ ਨਾ ਪੱਥਰ ਬਣ ਜਾਂਦਾ, ਉਹਦੇ ਦਿਲ 'ਚ ਇੱਕ ਪੱਥਰ ਦੀ ਜਗ੍ਹਾ ਰਹਿ ਜਾਂਦੀ ਹੈ, ਫਿਰ ਉਹਦਾ ਦਿਲ ਨਹੀਂ ਰਹਿ ਜਾਂਦਾ। ਰੁਪਿੰਦਰ ਜੀ, ਬਹੁਤ ਵਧੀਆ ਮਜ਼ਾ ਆ ਰਿਹਾ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ, ਗੱਲਬਾਤ ਕਰਨ ਦਾ, ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਲੇਕਿਨ ਵਕਤ ਵੀ ਅਸੀਂ ਦੇਖਣਾ। ਸਾਡੇ ਕੋਲ ਹੁਣ 2-3 ਮਿੰਟ ਦਾ ਵਕਤ ਰਹਿ ਗਿਆ। ਮੈਂ ਚਾਹਾਂਗਾ ਕੋਈ ਇੱਕ ਛੋਟੀ ਜਿਹੀ ਰਚਨਾ ਜੋ ਜੇ ਤੁਸੀਂ ਤਰਨਮ ਚ ਗਾਓਗੇ ਤਾਂ ਸੁਣੇ ਤੇ ਸੁਹਾਗਾ, ਨਹੀਂ ਤਾਂ ਉਹਦਾ ਵੀ ਗਾ ਲਓ, ਤਾਂ ਕੋਈ ਗੱਲ ਨਹੀਂ, ਗੱਲ ਕਰ ਲਓ। ਬਿਲਕੁਲ ਜੀ, ਮੈਂ ਉਹਦਾ ਤੁਹਾਨੂੰ ਤਰਨਮ ਚ ਨਹੀਂ, ਵੈਸੇ ਉਹਦਾ ਸੁਣਾਉਣਾ, ਛੋਟੀ ਜਿਹੀ ਇੱਕ ਰਚਨਾ ਹੈ ਮੇਰੀ ਜੀ। ਪਾਇੰਦੇ ਨੂੰ ਮੁਕਰਾ ਕੇ ਨਾ ਲਿਖਿਆ ਸੀ, ਕਹਿੰਦਾ ਕਦੇ ਹੁੰਗਾਰਾ ਭਰਿਆ ਨਹੀਂ ਤਸਵੀਰਾਂ ਨੇ, ਜਾਣ ਲਿਓ ਜੋ ਤੁਰ ਗਏ ਵਾਪਸ ਆਉਂਦੇ ਨਹੀਂ। ਕਦੇ ਹੁੰਗਾਰਾ ਭਰਿਆ ਨਹੀਂ ਤਸਵੀਰਾਂ ਨੇ, ਜਾਣ ਲਿਓ ਜੋ ਤੁਰ ਗਏ ਵਾਪਸ ਆਉਂਦੇ ਨਹੀਂ। ਜਿਉਂਦਿਆਂ ਦੇ ਨਾਲ ਰੰਗ ਮਾਣ ਲਓ ਦੁਨੀਆ ਦੇ, ਮਰਿਆਂ ਨੂੰ ਤਾਂ ਕੋਈ ਵੀ ਰੰਗ ਸੌਂਦੇ ਨਹੀਂ। ਕਦੇ ਹੁੰਗਾਰਾ ਭਰਿਆ ਨਹੀਂ ਤਸਵੀਰਾਂ ਨੇ, ਜਾਣ ਲਿਓ ਜੋ ਤੁਰ ਗਏ ਵਾਪਸ ਆਉਂਦੇ ਨਹੀਂ। ਯਾਦ 'ਚ ਉੱਚੇ ਗੇਟ ਬਣਾ ਕੇ ਕੀ ਲੈਣਾ, ਯਾਦ 'ਚ ਉੱਚੇ ਗੇਟ ਬਣਾ ਕੇ ਕੀ ਮਿਲਣਾ, ਮਰਿਆਂ ਉੱਤੇ ਫੁੱਲ ਚੜਾ ਕੇ ਕੀ ਮਿਲਣਾ। ਠੰਡ ਵਿੱਚ ਠਰ ਕੇ ਜਿਹੜੇ ਜਾਨ ਗਵਾ ਬੈਠੇ, ਉਹਨਾਂ ਤੇ ਫਿਰ ਪਾਏ ਕੰਬਲ ਸੌਂਦੇ ਨਹੀਂ। ਕਦੇ ਹੁੰਗਾਰਾ ਭਰਿਆ ਨਹੀਂ ਤਸਵੀਰਾਂ ਨੇ, ਜਾਣ ਲਿਓ ਜੋ ਤੁਰ ਗਏ ਵਾਪਸ ਆਉਂਦੇ ਨਹੀਂ। ਫੁੱਲਾਂ ਦੀ ਇੱਕ ਮਾਲਾ ਕਰਜ਼ ਉਤਾਰੇ ਨਾ, ਫੁੱਲਾਂ ਦੀ ਇੱਕ ਮਾਲਾ ਕਰਜ਼ ਉਤਾਰੇ ਨਾ, ਤੁਰ ਗਿਆ ਬੰਦਾ ਮੁੜ ਕੇ ਮਿਹਣਾ ਮਾਰੇ ਨਾ। ਰੌਲੀ ਵਾਲਿਆ ਧਨ ਉਹ ਮਾਪੇ ਹੁੰਦੇ ਨੇ, ਜਿਨ੍ਹਾਂ ਦੇ ਬੱਚੇ ਕਦੇ ਵੀ ਰੰਗ ਵਟਾਉਂਦੇ ਨਹੀਂ। ਕਦੇ ਹੁੰਗਾਰਾ ਭਰਿਆ ਨਹੀਂ ਤਸਵੀਰਾਂ ਨੇ, ਜਾਣ ਲਿਓ ਜੋ ਤੁਰ ਗਏ ਵਾਪਸ ਆਉਂਦੇ ਨਹੀਂ। ਜਿਉਂਦਿਆਂ ਦੇ ਨਾਲ ਰੰਗ ਮਾਣ ਲਓ ਦੁਨੀਆ ਦੇ, ਮਰਿਆਂ ਨੂੰ ਤਾਂ ਕੋਈ ਵੀ ਰੰਗ ਸੌਂਦੇ ਨਹੀਂ, ਮਰਿਆਂ ਨੂੰ ਤਾਂ ਕੋਈ ਵੀ ਰੰਗ ਸੌਂਦੇ ਨਹੀਂ। ਜੀ ਵਾਹ ਜੀ ਵਾਹ, ਵਾਕਈ ਮਰਿਆਂ ਨੂੰ ਤਾਂ ਕੋਈ ਵੀ ਗੱਲ ਸੌਂਦੇ ਨਹੀਂ। ਵਾਕਈ ਬਹੁਤ ਵਧੀਆ ਰੁਪਿੰਦਰ ਭਾਜੀ, ਤੁਹਾਡੇ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ, ਤੁਹਾਡੇ ਨਾਲ ਪ੍ਰੋਗਰਾਮ ਕਰਕੇ ਬਹੁਤ ਮਜ਼ਾ ਆਇਆ। ਵਧੀਆ ਤੁਸੀਂ ਲਿਖਦੇ ਹੋ, ਉਸ ਗੱਲ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿ ਇੰਨਾ ਵਧੀਆ ਲਿਖਦੇ ਹੋ। ਸੋ ਜੇ ਤੁਸੀਂ ਆਖਰੀ ਮਿੰਟ 'ਚ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਓ, ਉਹਨਾਂ ਨਾਲ ਫਤਿਹ ਦੀ ਸਾਂਝ ਪਾ ਲਓ। ਬਿਲਕੁਲ, ਮੈਂ ਫਿਰ ਤੋਂ ਧੰਨਵਾਦੀ ਹਾਂ KTV ਦੀ ਸਮੁੱਚੀ ਟੀਮ ਦਾ, ਸਰਬਜੀਤ ਵੀਰ ਜੀ ਦਾ, ਔਰ ਸਾਰੇ ਉਹਨਾਂ ਸਰੋਤਿਆਂ ਦਾ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ ਤੇ ਵੇਖਿਆ। ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ KTV ਦੇ ਸਾਰੇ ਪ੍ਰੋਗਰਾਮ, ਭਾਵੇਂ ਉਹ ਵਾਹ ਜੀ ਵਾਹ ਹੋਵੇ ਜਾਂ ਹੋਰ ਪ੍ਰੋਗਰਾਮ ਹੋਣ, ਤੁਸੀਂ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਰਹੋਗੇ। ਇਹਨਾਂ ਹੀ ਜਿਹੜੇ ਹੈਗਾ ਮੈਂ ਜਿਹੜੀਆਂ ਸ਼ਬਦਾਂ ਦੇ ਨਾਲ, ਜੇ ਕਿਤੇ ਮੇਰੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਨੂੰ ਆਪਣਾ ਛੋਟਾ ਵੀਰ ਆਪਣੇ ਤੋਂ ਛੋਟਾ ਜਾਣ ਕੇ ਮੈਨੂੰ ਮਾਫ ਕਰ ਦੇ ਜੀ। ਥੈਂਕ ਯੂ ਰੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ, ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਸ਼ਿਰਕਤ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸੀ ਸਾਡੇ ਰੁਪਿੰਦਰ ਇਟਲੀ ਤੋਂ ਸਾਡੇ ਨਾਲ ਜੁੜੇ ਸੀ। ਬਸ ਹੁਣ ਆਖਰੀ 1 ਮਿੰਟ 'ਚ ਮੈਨੂੰ 4 ਸਤਰਾਂ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਕਹੀਆਂ, ਉਹਨਾਂ ਨੂੰ ਆਪਾਂ ਯਾਦ ਕਰਦੇ, ਗੱਲਾਂ ਕਰਦੇ ਆ ਕਿ ਆਓ ਜਾਤ ਪਾਤ ਦੇ ਝਗੜੇ ਮਿਟਾਈਏ ਦੋਸਤੋ, ਆਓ ਜਾਤ ਪਾਤ ਦੇ ਝਗੜੇ ਮਿਟਾਈਏ ਦੋਸਤੋ, ਬੰਦੇ ਹਾਂ ਰੱਬ ਦੇ ਬੰਦੇ ਕਹਾਈਏ ਦੋਸਤੋ। ਮਜਬਾ ਨੇ ਕੀਤਾ ਆਦਮੀ ਨੂੰ ਆਦਮੀ ਤੋਂ ਦੂਰ, ਮਜਬਾ ਨੇ ਕੀਤਾ ਆਦਮੀ ਨੂੰ ਆਦਮੀ ਤੋਂ ਦੂਰ। ਆਓ ਰਲ ਮਿਲ ਕੇ ਪਿਆਰ ਦਾ ਮਜ਼ਹਬ ਚਲਾਈਏ ਦੋਸਤੋ, ਆਓ ਰਲ ਮਿਲ ਕੇ ਪਿਆਰ ਦਾ ਮਜ਼ਹਬ ਚਲਾਈਏ ਦੋਸਤੋ। ਇਹਨਾਂ ਸਤਰਾਂ ਨਾਲ ਮੈਨੂੰ ਦੋ ਯਾਦ, ਤੁਸੀਂ ਅਗਲੇ ਹਫ਼ਤੇ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਔਰ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।